ਮੁਲਾਕਾਤ ਤੁਹਾਡਾ ਸਵਾਗਤ ਹੈ ਜੀ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਿੰਨੀ ਵੀ ਕੋਈ ਸੋਸ਼ਲ ਅਵੇਅਰਨੈਸ ਹੈ ਉਹ ਲੈ ਕੇ ਆਂਦੀ ਜਾਵੇ। ਅੱਜ ਅਸੀਂ ਜਿਹੜੇ ਖਾਸ ਟੌਪਿਕ 'ਤੇ ਗੱਲ ਕਰਨ ਜਾ ਰਹੇ ਹਾਂ ਉਹ ਹੈਗਾ ਸੀਨੀਅਰਸ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੁਦਰਤੀ ਪਰਮਾਤਮਾ ਦੀ ਮਿਹਰ ਐਸੀ ਹੈ ਕਿ ਸਾਡੇ ਜਿਹੜਾ ਸਿਹਤ ਸਾਡੇ ਕੰਟਰੀ ਦੀ ਹੈ ਅੱਗੇ ਨਾਲੋਂ ਸਿਹਤ ਬੈਟਰ ਹੋ ਰਹੀ ਹੈ। ਬੰਦਾ ਹੋਰ ਲੰਬੀ ਉਮਰ ਤੱਕ ਜਿਉ ਰਿਹਾ ਅਤੇ ਜਿਹੜੇ ਹਿਸਾਬ 'ਚ ਸਟੈਟਸ ਜਾ ਰਹੇ ਨੇ ਇਹ ਲੱਗਦਾ ਕਿ 2041 ਤੱਕ ਸਾਡੇ ਕੈਨੇਡਾ ਦੇ ਵਿੱਚ ਤਕਰੀਬਨ 10 ਮਿਲੀਅਨ ਸੀਨੀਅਰਸ ਹੋ ਜਾਣਗੇ ਜਿਨ੍ਹਾਂ ਦੀ ਉਮਰ 65 ਸਾਲ ਤੋਂ ਉੱਪਰ ਹੋਵੇਗੀ। ਸੀਨੀਅਰਸ ਨੂੰ ਬਹੁਤ ਪ੍ਰੋਬਲਮਸ ਆਉਂਦੀਆਂ ਨੇ। ਅੱਜ ਉਹ ਪ੍ਰੋਬਲਮਸ ਉਹਨਾਂ ਦੇ ਬਾਰੇ ਗੱਲਬਾਤ ਕਰਨ ਵਾਸਤੇ ਸਾਡੇ ਸਟੂਡੀਓ ਦੇ ਵਿੱਚ ਸਰਦਾਰ ਸਰਵਣ ਸਿੰਘ ਜੀ ਲੀਡਰ ਸਾਹਿਬ ਆਏ ਨੇ। ਇਹ ਬਹੁਤ ਦੇਰ ਮੌਂਟਰੀਅਲ ਰਹੇ ਨੇ, ਬਹੁਤ 32 ਈਅਰਸ ਉੱਥੇ ਰਹੇ ਨੇ। 2002 ਦੇ ਵਿੱਚ ਰਿਟਾਇਰ ਹੋਏ ਨੇ। ਰਿਟਾਇਰ ਵੀ ਇਹ ਪ੍ਰੈਟ ਐਂਡ ਵਿਟਨੀ 'ਚ ਹੋਏ ਨੇ। ਪ੍ਰੈਟ ਐਂਡ ਵਿਟਨੀ ਇੰਜਨਸ ਬਣਾਉਂਦੀ ਹੈ ਜੀ ਆਪਣੇ ਏਅਰਪਲੇਨ ਦੇ। ਜਿਹੜੇ ਇੱਕ ਬੋਇੰਗ ਹੈਗੀ ਆ ਉਹ ਵੱਡੇ ਇੰਜਨ ਬਣਾਉਣੀ ਹੈ, ਪ੍ਰੈਟ ਇੰਨੀ ਮੇਰੇ ਖਿਆਲ ਛੋਟੇ ਪਲੇਨਸ ਦੇ ਇੰਜਨ ਬਣਾਉਂਦੀ ਆ। ਅਤੇ 2002 ਦੇ ਵਿੱਚ ਇਹ ਮਿਸਿਸਾਗਾ 'ਚ ਮੂਵ ਹੋਏ ਨੇ। ਲੀਡਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਟੂਡੀਓ ਦੇ ਵਿੱਚ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਤੁਸੀਂ ਇਹ ਅੱਜ ਸੀਨੀਅਰ ਦਾ ਇਸ਼ੂ ਲੈ ਕੇ ਆਏ ਆ। ਬਾਕੀ ਸਾਰਾ ਪ੍ਰੋਗਰਾਮ ਦੇਖ ਰਿਹਾ ਜਿੰਨੇ ਵੀ ਹਮਦਰਦ TV ਨੂੰ ਵਾਚ ਕਰ ਰਹੇ ਨੇ, ਮੇਰਾ ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਅਤੇ ਆਦਾਬ। ਤੁਸੀਂ 2002 ਦੇ ਇੱਥੇ ਆਏ ਹੋ ਨੇ ਅਤੇ 2002 ਤੋਂ ਫਿਰ ਇੱਥੇ ਕੀ ਕਰ ਰਹੇ ਹੋ? ਦੇਖੋ, ਮੈਂ ਰਿਟਾਇਰਮੈਂਟ ਲੈ ਕੇ ਅਤੇ ਫਿਰ ਮੈਂ ਜਦੋਂ ਇੱਥੇ ਆਇਆ ਤਾਂ ਮੈਂ ਦੇਖਿਆ ਕਿ ਟਾਈਮ ਘਰ ਦੇ ਵਿੱਚ ਕੱਢਣਾ, ਜਦੋਂ ਤੁਸੀਂ ਸਾਰੀ ਉਮਰ ਵਰਕ ਕੀਤਾ ਹੁੰਦਾ, ਸਕੈਜੂਅਲ ਬਣਿਆ ਹੁੰਦਾ ਬੰਦੇ ਦਾ, ਉਹ ਸਵੇਰ ਨੂੰ ਜਾਣਾ ਸ਼ਾਮ ਨੂੰ ਆ ਜਾਣਾ, ਅਤੇ ਉਹ ਫਿਰ ਕੁਝ ਇਸ ਤਰ੍ਹਾਂ ਲੱਗਾ ਵੀ ਇਹ ਠੀਕ ਨਹੀਂ, ਕੁਛ ਨਾ ਕੁਛ ਮੈਨੂੰ ਕਰਨਾ ਚਾਹੀਦਾ ਜੀ। ਅਤੇ ਫਿਰ ਮੈਂ ਕੁਛ ਸੋਸ਼ਲ ਵਰਕ ਅਤੇ ਕੁਛ ਸੀਨੀਅਰ ਕਲੱਬਸ ਜੁਆਇਨ ਕੀਤੀਆਂ ਅਤੇ ਫਿਰ ਹੌਲੀ ਹੌਲੀ ਇਸ ਡਾਇਰੈਕਸ਼ਨ ਨੂੰ ਤੁਰਦਾ ਮੈਂ ਫਿਰ ਸਿਟੀ ਹਾਲ ਤਾਈਂ ਪਹੁੰਚ ਗਿਆ। ਫਿਰ ਬੌਨੀ ਕਰੋਂਬੀ ਜਿਹੜੀ ਮੇਅਰ ਆ ਉਸ ਨੇ ਮੈਨੂੰ ਉਹਨਾਂ ਨੇ ਐਡਵਾਈਜ਼ਰੀ ਕਮੇਟੀ ਬਣਾਈ ਸੀ 4 ਸਾਲ ਲਈ। ਉਹਦੇ ਵਿੱਚ ਮੈਨੂੰ ਉਹਨੇ ਰੱਖਿਆ ਸੀ ਅਤੇ ਸੋ ਇਹ ਮਲਟੀਕਲਚਰਲ ਐਡਵਾਈਜ਼ਰੀ ਕੌਂਸਲ ਬਣੀ ਸੀ ਜਿਹੜੀ ਕਿ ਅਸੀਂ ਐਡਵਾਈਜ਼ ਕਰਦੇ ਸੀ। ਕੁਝ ਮਸਲੇ ਜਿਹੜੇ ਸੀ ਉਹ ਠੀਕ ਆ ਕਿ ਉਹ ਸਾਰੇ ਮਸਲੇ ਜਿਹੜੇ ਵੀ ਅਸੀਂ ਇਸ਼ੂ ਕੀਤੇ ਸੀ ਜਾਂ ਅਸੀਂ ਉਭਾਰੇ ਸੀ ਉਹ ਨਹੀਂ ਅਸੀਂ ਪੂਰੇ ਕਾਮਯਾਬ ਹੋਏ, ਪਰ ਬਹੁਤ ਸਾਰੇ ਅਸੀਂ ਫਿਰ ਵੀ ਕਾਮਯਾਬ ਹੋਏ। ਪਰ ਕੋਸ਼ਿਸ਼ ਜਾਰੀ ਹੈ। ਕੋਸ਼ਿਸ਼ ਤਾਂ ਹੁਣ ਵੀ ਜਾਰੀ ਆ। ਹੁਣ ਕਾਫੀ ਸੀਨੀਅਰ ਕਲੱਬਸ ਨੇ ਸਾਡੀਆਂ ਇੱਥੇ। ਹਾਂਜੀ। ਅਤੇ ਦੇਖੋ, ਜਿਹੜੇ ਸੀਨੀਅਰਸ ਨੂੰ ਆਪਣਾ ਟਾਈਮ ਕੱਢਣਾ ਥੋੜ੍ਹਾ ਔਖਾ ਘਰ ਦੇ ਵਿੱਚ ਬਹਿ ਕੇ ਹੁੰਦਾ। ਅਤੇ ਇੱਕ ਤਾਂ ਸੀਨੀਅਰ ਕਲੱਬਾਂ ਦੇ ਵਿੱਚ ਸਾਨੂੰ ਪੂਰੀ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ, ਜਾਣਕਾਰੀ ਹੁੰਦੀ ਰਹਿੰਦੀ ਹੈ, ਸਾਨੂੰ ਆਪਣੇ ਰਾਈਟਸ ਦਾ ਪਤਾ ਲੱਗਦਾ ਰਹਿੰਦਾ ਹੈ, ਤਾਂ ਜਿਹੜੇ ਸਾਡੇ ਬੈਨੀਫਿਟ ਹੁੰਦੇ ਉਹਨਾਂ ਬਾਰੇ ਜਾਣਕਾਰੀ ਹੁੰਦੀ ਰਹਿੰਦੀ ਹੈ। ਅਤੇ ਉਹ ਇੱਕ ਸੀਨੀਅਰ ਕੌਂਸਲ ਹੁੰਦੀ ਹੈ, ਫਿਰ ਸੀਨੀਅਰ ਕਲੱਬਾਂ ਵਾਲੇ ਉਸ ਕੌਂਸਲ ਤਾਈਂ ਅਪਰੋਚ ਕਰਦੇ ਆ, ਉਹ ਕੌਂਸਲ ਫਿਰ ਗੌਰਮੈਂਟ ਤਾਈਂ ਅਪਰੋਚ ਕਰਦੀ ਹੈ। ਸੋ ਆਈ ਐਮ ਡੂਇੰਗ ਦੈਟ ਦੈਟਸ ਸੋ ਨਾਈਸ ਆਫ ਯੂ ਲੀਡਰ ਸਾਹਿਬ। ਤੁਸੀਂ ਬੜੀ ਦੁਨੀਆ ਦਾ ਭਲਾ ਕਰਨਾ ਇਹ ਵੀ ਇੱਕ ਬਹੁਤ ਚੰਗੀ ਗੱਲ, ਸਭ ਤੋਂ ਚੰਗੀ ਗੱਲ ਇਹ ਹੈ। ਮੈਂ ਤਾਂ ਕਹਿੰਦਾ ਤੁਸੀਂ ਜਿਹੜੇ ਸੀਨੀਅਰਸ ਦੀ ਅੱਜ ਸਾਡੇ ਜਿਹੜੇ ਸਟੂਡੀਓ ਦੇ ਨੰਬਰਸ ਨੇ ਜੀ ਸਕਰੀਨ 'ਤੇ ਆ ਰਹੇ ਨੇ, ਜੇ ਤੁਸੀਂ ਸਾਨੂੰ ਕਾਲ ਕਰਨਾ ਚਾਹੁੰਦੇ ਹੋ, ਲੀਡਰ ਸਾਹਿਬ ਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਤੁਸੀਂ ਇਸ ਨੰਬਰ 'ਤੇ ਸਾਨੂੰ ਕਾਲ ਕਰ ਸਕਦੇ ਹੋ। ਲੀਡਰ ਸਾਹਿਬ, ਅੱਜ ਕੱਲ੍ਹ ਜਿਹੜੀ ਸਿਚੁਏਸ਼ਨ ਹੈਗੀ ਹੈ ਸੀਨੀਅਰਸ ਦੀ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇਹ ਕਹਿਣਾ ਚਾਹਾਂਗਾ ਕਿ ਹਰ ਇੱਕ ਪਹਿਲੂ ਦੇ ਨਾ ਹਰ ਇੱਕ ਸਿਚੁਏਸ਼ਨ ਦੇ ਦੋ ਪਹਿਲੂ ਹੁੰਦੇ ਜੀ। ਇੱਕ ਚੰਗੀ ਸਾਈਡ ਤੇ ਇੱਕ ਮਾੜੀ ਸਾਈਡ ਤੇ। ਹਾਂਜੀ। ਜਿਹੜੀ ਸਿਚੁਏਸ਼ਨ ਐਟ ਪ੍ਰੈਜ਼ੈਂਟ ਸਾਡੇ ਸੀਨੀਅਰਸ ਤੇ ਹੋਈ ਹੈ ਜੀ, ਕਿਉਂਕਿ ਅਸੀਂ ਬਹੁਤਾ ਘਰ ਬੈਠ ਕੇ ਨਹੀਂ ਸੀ ਰਾਜੀ। ਅਸੀਂ ਪਾਰਕਾਂ ਜਾਂਦੇ ਸੀ, ਅਸੀਂ ਕਲੱਬਾਂ ਜਾਂਦੇ ਸੀ, ਅਸੀਂ ਤਾਸ਼ ਖੇਡਦੇ ਸੀ, ਅਸੀਂ ਗੱਪਾਂ ਲਾਉਂਦੇ ਸੀ। ਮਤਲਬ ਸਾਡਾ 5 ਦਿਨ ਦਾ 6 ਦਿਨ ਦਾ ਕੰਮ ਇਹ ਸੀਗਾ। ਠੀਕ ਹੈ ਜੀ। ਅਤੇ ਹੁਣ ਇੱਕਦਮ ਸਾਨੂੰ ਘਰਾਂ ਦੇ ਵਿੱਚ ਬਹਿ ਜਾਣਾ, ਇਹ ਸਾਡੇ ਲਈ ਬੜਾ ਮੁਸ਼ਕਿਲ ਹੋਇਆ ਹੈ। ਪਰ ਮੈਂ ਇਹਦੀ ਚੰਗੀ ਸਾਈਡ ਵੀ ਦੇਖਣੀ ਚਾਹੁੰਦਾ ਹੈ ਕਿ ਅਸੀਂ ਜਿਸ ਤਰ੍ਹਾਂ ਮੈਂ ਵੀ ਹਾਂ, ਮੈਂ ਆਪਣੇ ਪੋਤੇ ਪੋਤੀਆਂ ਦੇ ਨਾਲ ਹੁਣ ਕੁਝ ਟਾਈਮ ਸਮਾਂ ਬਿਤਾਉਣਾ ਹੈ ਅਤੇ ਮੈਨੂੰ ਬੜਾ ਚੰਗਾ ਲੱਗਦਾ ਹੈ। ਮੈਂ ਉਹਨਾਂ ਦੇ ਜ਼ਿਆਦਾ ਕਲੋਜ਼ ਹੋ ਗਿਆ ਹਾਂ ਕਿ ਆਪਣੇ ਜਿਹੜੇ ਬੱਚੇ ਸੀ ਮੇਰੇ ਲੜਕੇ ਲੜਕੀਆਂ, ਉਹਨਾਂ ਦੇ ਨਾਲੋਂ ਵੀ ਇਹ ਜਿਹੜੇ ਪੋਤਾ ਪੋਤੀ ਹੈ ਤਾਂ ਜਾਂ ਦੋਤਾ ਦੋਤੇ ਹੈ, ਉਹਨਾਂ ਦੇ ਜ਼ਿਆਦਾ ਕਲੋਜ਼ ਹੋ ਗਏ। ਇਹ ਘਰ ਰਹਿਣ ਦੇ ਨਾਲ ਇਹ ਬੈਨੀਫਿਟ ਵੀ ਹੋਇਆ। ਸੋ ਜਿਹੜੇ ਸੀਨੀਅਰਸ ਨੇ ਹੁਣ ਘਰਾਂ 'ਚ ਬੈਠੇ ਆ, ਜਿਵੇਂ ਤੁਸੀਂ ਹੁਣੀ ਗੱਲ ਕੀਤੀ ਹੈ, ਕੋਵਿਡ-19 ਕਰਕੇ ਬੜੀ ਪ੍ਰੋਬਲਮ ਆਈ ਹੋਈ ਹੈ, ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਕਿਵੇਂ ਸੀਨੀਅਰਸ ਆਪਣਾ ਸਮਾਂ ਬਤੀਤ ਕਰਨ?
ਦੇਖੋ ਮੈਂ ਤੇ ਫਿਰ ਇਹੀ ਕਹਿਣਾ ਚਾਹਾਂਗਾ ਕਿ ਮੈਂ ਵੀ ਇਸੇ ਦੌਰ ਦੇ ਵਿੱਚ ਦੀ ਇਸੇ ਸਿਚੁਏਸ਼ਨ ਦੇ ਦੀ ਲੰਘਿਆ ਹਾਂ। ਹਾਂਜੀ। ਸਾਨੂੰ ਚਾਹੀਦਾ ਹੈ ਕਿ ਅਸੀਂ ਬਹੁਤੇ ਫੈਮਿਲੀਅਰ ਨਹੀਂ ਕੰਪਿਊਟਰ ਦੇ ਵਿੱਚ। ਜੀ ਆਈਫੋਨ ਈਵਨ ਮੈਂ ਵੀ ਕਈ ਬੱਚਿਆਂ ਤੋਂ ਪੁੱਛਦਾ ਕਈ ਚੀਜ਼ਾਂ ਮੈਨੂੰ ਸਿੱਖਣ ਨੂੰ ਮਿਲੀਆਂ ਔਰ ਮੈਂ ਉਹਨਾਂ ਦੇ ਨਾਲ ਜਦੋਂ ਕਹਾਣੀਆਂ ਸੁਣਾਉਣਾ ਹੈ ਪਿਛਲੀਆਂ ਉਹਨਾਂ ਨੂੰ ਕਈ ਚੀਜ਼ਾਂ ਦਾ ਪਤਾ ਲੱਗਦਾ ਹੈ ਔਰ ਉਹ ਲੈਂਗੁਏਜ ਵੀ ਸਿੱਖਦੇ ਆ, ਅਸੀਂ ਉਹਨਾਂ ਤੋਂ ਸਿੱਖਦੇ ਆ, ਉਹ ਸਾਡੇ ਤੋਂ ਸਿੱਖਦੇ ਆ। ਮੈਂ ਤੇ ਇਹ ਰਿਕੁਐਸਟ ਵੀ ਕਰੂੰਗਾ ਔਰ ਮੈਂ ਕਹੂੰਗਾ ਵੀ ਕਿ ਸਾਨੂੰ ਜੇ ਇਹ ਚਾਂਸ ਮਿਲਿਆ ਤੇ ਅਸੀਂ ਘਰਾਂ ਦੇ ਵਿੱਚ ਬੈਠ ਕੇ ਆਪਣੇ ਪਰਿਵਾਰਾਂ ਦੇ ਵਿੱਚ ਟਾਈਮ ਪਾਸ ਕਰੀਏ, ਕਿਉਂਕਿ ਹੁਣ ਤੁਹਾਡੇ ਬੱਚੇ ਵੀ ਘਰ ਨੇ, ਤੁਹਾਡੀ ਨੈਕਸਟ ਪਨੀਰੀ ਪੋਤੇ ਪੋਤੀਆਂ ਜਾਂ ਦੋਤੇ ਦੋਤੀਆਂ ਵੀ ਘਰ ਨੇ। ਸੋ ਇਹੋ ਜਿਹਾ ਸਮਾਂ ਪਹਿਲਾਂ ਕਦੇ ਨਹੀਂ ਆਇਆ। ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰੇ ਰਲ ਕੇ ਬੈਠ ਕੇ ਧਰਮ ਦੀਆਂ ਵੀ ਗੱਲਾਂ ਕਰੀਏ, ਸੋਸ਼ਲ ਵੀ ਗੱਲਾਂ ਕਰੀਏ, ਆਪਣੀ ਲਾਈਫ ਬਾਰੇ ਵੀ ਗੱਲਾਂ ਸੁਣਾਈਏ ਉਹਨਾਂ ਨੂੰ ਕਿ ਇਸ ਤਰ੍ਹਾਂ ਦਾ ਅਸੀਂ ਜਦੋਂ ਛੋਟੇ ਹੁੰਦੇ ਸੀ ਸਾਨੂੰ ਕਿਹੜੀਆਂ ਫੈਸਿਲਿਟੀਆਂ ਹੁੰਦੀਆਂ ਸੀ, ਅਸੀਂ ਕੀ ਕਰਦੇ ਹੁੰਦੇ ਸੀ। ਉਹ ਉਹਨਾਂ ਨੂੰ ਬੜਾ ਇੰਟਰਸਟ ਹੁੰਦਾ ਇਹਨਾਂ ਚੀਜ਼ਾਂ ਦਾ। ਆਪਾਂ ਕਾਲ ਲੈ ਲਈਏ ਜੀ। ਹਾਂਜੀ ਲਓ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਜੀ। ਸ਼ੁਭ ਨਾਮ ਕੀ ਹੈ ਜੀ ਤੁਹਾਡਾ? ਮੇਰਾ ਨਾਮ ਹੈ ਡਾਕਟਰ ਅਮਰਜੀਤ ਸਿੰਘ ਬੈਨਵਾਟ। ਹਾਂਜੀ ਬਨਵਾਸ ਸਾਹਿਬ ਕੀ ਹਾਲ ਹੈ ਜੀ? ਹਾਂਜੀ ਬਸ ਠੀਕ ਠਾਕ ਹੈ ਜੀ। ਥੈਂਕਸ ਫॉर ਕਾਲਿੰਗ। ਕੀ ਹੈ ਜੀ ਤੁਹਾਡਾ ਸਵਾਲ? ਹਾਂਜੀ ਕੀ ਕਹਿਣਾ ਚਾਹੋਗੇ ਜੀ? ਮੈਂ ਕਈ ਕੁਝ ਕਹਿਣਾ ਚਾਹੁੰਦਾ। ਮੈਂ ਕਿਸੇ ਮਿਸਟਰ ਸੀਨੀਅਰ ਕਲਚਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹਾਂ। ਥੈਂਕ ਯੂ ਜੀ। ਤੇ ਸਾਡੇ ਅਸੀਂ ਦੱਸਣਾ ਚਾਹੁੰਦੇ ਕਿ ਅਸੀਂ ਸੀਨੀਅਰਸ ਲਈ ਕੀ ਕਰ ਰਹੇ ਹਾਂ ਜੀ ਹਾਂ, ਤੇ ਉਹਨਾਂ ਕਿਹੋ ਜਿਹੀਆਂ ਮੁਸ਼ਕਲਾਂ ਜਿਹੜੀਆਂ ਜਿਹਦੇ ਤੋਂ ਉਹਨਾਂ ਦੀ ਮਦਦ ਕਰ ਰਹੇ ਹਾਂ। ਕੀ ਕਹਿਣਾ ਚਾਹੋਗੇ ਜੀ? ਇਹ ਕਹਿਣਾ ਇਹ ਹੈਗਾ ਵੀ ਉਹਨਾਂ ਦੀਆਂ ਪ੍ਰੋਬਲਮਸ ਕੀ ਹੈਗੀਆਂ, ਉਹਨਾਂ ਦੀਆਂ ਕਲਤਾ ਵਗੈਰਾ ਤੇ ਘਰਾਂ 'ਚ ਰਹਿਣ ਵਾਲੇ ਸਿਹਤ 'ਤੇ ਅਸਰ ਪੈਂਦਾ ਹੈ ਤੇ ਉਹਨੂੰ ਅਸੀਂ ਕਿਸ ਤਰ੍ਹਾਂ ਡੀਲ ਕਰ ਰਹੇ ਹਾਂ। ਹਾਂਜੀ। ਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਕੰਪਿਊਟਰ ਟੈਕਨੋਲੋਜੀ ਸਿਖਾ ਰਹੇ ਹਾਂ ਜਿਨ੍ਹਾਂ 'ਚ ਜ਼ੂਮ ਵਗੈਰਾ ਦੇ ਵਿੱਚ ਲਿਆ ਕੇ ਉਹਨਾਂ ਨੂੰ ਜਿਹੜੀਆਂ ਬੋਰਡਮ ਉਹਨਾਂ ਕਿਸ ਤਰ੍ਹਾਂ ਸੋਲਵ ਕਰ ਰਹੇ ਹਾਂ। ਹਾਂਜੀ ਲਿੰਦਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਡਾਕਟਰ ਸਾਹਿਬ ਕਹਿ ਰਹੇ ਨੇ ਕਿ ਜਿਵੇਂ ਅਸੀਂ ਵੀਕ ਦੇ ਵਿੱਚ ਇੱਕ ਵਾਰੀ ਸਾਰੀਆਂ ਕਲੱਬਾਂ ਵਾਲੇ ਕਈਆਂ ਨੂੰ ਜ਼ਿਆਦਾ ਟਾਈਮ ਮਿਲਿਆ, ਕਈਆਂ ਨੂੰ ਘੱਟ ਮਿਲਿਆ, ਇਕੱਠੇ ਹੁੰਦੇ ਸੀ। ਪਰ ਹੁਣ ਉਹ ਸਿਸਟਮ ਜਿਹੜਾ ਆ ਉਹ ਹੁਣ ਅਸੀਂ ਉੱਥੇ ਨਹੀਂ ਜਾਂਦੇ, ਘਰਾਂ ਦੇ ਵਿੱਚ ਬੈਠੇ ਆ। ਡਾਕਟਰ ਸਾਹਿਬ ਨੇ ਉਪਰਾਲਾ ਕੀਤਾ ਕਿ ਜ਼ੂਮ ਤੇ ਜਾ ਕੇ ਅਸੀਂ ਉਹ ਇਕੱਠੇ ਹੋਈਏ ਉਸੇ ਦਿਨ ਤੇ ਉਸੇ ਟਾਈਮ ਤੇ ਅਸੀਂ ਇੱਕ ਦੂਜੇ ਦੇ ਨਾਲ ਸ਼ੇਅਰ ਕਰੀਏ ਕਿ ਕਿੱਦਾਂ ਟਾਈਮ ਸਾਨੂੰ ਬਿਤਾਉਣਾ ਚਾਹੀਦਾ ਹੈ ਔਰ ਉਹਨਾਂ ਨੂੰ ਕਿੱਦਾਂ ਗਾਈਡ ਕਰਦੇ ਨੇ ਇੱਕ ਦੂਜੇ ਤੋਂ, ਕਿਸ ਤਰ੍ਹਾਂ ਸਾਨੂੰ ਅਸੀਂ ਇੱਕ ਦੂਜੇ ਤੋਂ ਵੀ ਸਿੱਖਦੇ ਹਾਂ। ਇੱਦਾਂ ਦਾ ਇਹ ਡਾਕਟਰ ਸਾਹਿਬ ਨੇ ਉਪਰਾਲਾ ਕੀਤਾ ਹੈ। ਆਈ ਐਪਰੀਸ਼ੀਏਟ ਦੈਟ। ਡਾਕਟਰ ਸਾਹਿਬ ਕੁਝ ਹੋਰ ਐਡ ਕਰਨਾ ਚਾਹੋਗੇ? ਹਾਂਜੀ ਉਹਦੇ 'ਚ ਹੈਗਾ ਵੀ ਸੀਨੀਅਰਸ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜ਼ੂਮ ਦੇ ਵਿੱਚ ਜਿਹੜੀ ਕੰਪਿਊਟਰ ਟੈਕਨੋਲੋਜੀ ਹੈ ਕੰਪਿਊਟਰ ਕਲਾਸਾਂ ਲਾਉਂਦੇ ਸੀਗੇ। ਹੁਣ ਹਰ ਰੋਜ਼ ਅਸੀਂ ਸੀਨੀਅਰਸ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਕਿ ਉਹ ਜ਼ੂਮ ਸਿੱਖ ਲੈਣ ਤੇ ਇਸ ਦੇ ਨਾਲ ਆਪਾਂ 25-30 ਬੰਦੇ ਇਕੱਠੇ ਹੋ ਜਾਂਦੇ ਆ ਮੈਂਬਰਸ ਤੇ ਆਪਸ ਵਿੱਚ ਗੱਲਾਂ ਬਾਤਾਂ ਕਰ ਲੈਂਦੇ, ਇੱਕ ਦੂਜੇ ਦੀਆਂ ਸੁਣ ਲੈਂਦੇ ਆ ਤੇ ਉਹਨਾਂ ਨਾਲ ਥੋੜਾ ਜਿਹਾ ਕਲਚਰ ਪ੍ਰੋਗਰਾਮ ਵੀ ਸ਼ੁਰੂ ਕਰ ਦਿੰਦੇ ਆ। ਸਾਡਾ ਇਹੀ ਇਸ਼ੂ ਹੈ ਕਿ ਜਿਹੜੀ ਉਹਦੀ ਬੋਰਡਮ ਹੈ ਉਹਨੂੰ ਖਤਮ ਕਰੀਏ। ਥੈਂਕ ਯੂ ਜੀ, ਸੋ ਨਾਈਸ ਆਫ ਯੂ। ਕਾਲ ਇੱਕ ਹੋਰ ਆ ਰਹੀ ਹੈ ਜੀ, ਆਪਾਂ ਕਾਲ ਲੈ ਲਈ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੀ ਹੋ? ਹਾਂਜੀ ਮੈਂ ਕੌਣ ਸਾਹਿਬ ਬੋਲ ਰਹੇ ਜੀ? ਮੈਂ ਤਰਨਤੇਜ ਸਿੰਘ ਬੋਲ ਰਿਹਾ ਜੀ। ਹਾਂਜੀ ਮੌਂਟਰੀਅਲ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਜੀ? ਬਿਲਕੁਲ ਠੀਕ ਹੈ, ਤੁਸੀਂ ਸੁਣਾਓ? ਬਹੁਤ ਵਧੀਆ ਜੀ। ਕੀ ਕਹਿਣਾ ਚਾਹੋਗੇ ਜੀ? ਮੈਂ ਐਕਚੁਅਲੀ ਸੀਨੀਅਰ ਸਿਟੀਜ਼ਨ ਤੇ ਕਹਿਣਾ ਚਾਹੁੰਦਾ। ਹਾਂਜੀ ਸ਼ੋਰ ਗੋ ਹੈਡ ਜੀ। ਹਾਂ ਹਾਂਜੀ ਤੁਸੀਂ ਆਉਂਦੀ ਹੈ ਜੀ? ਨਹੀਂ ਹਾਲੇ ਤੱਕ ਗੱਲ ਚੱਲ ਰਹੀ ਉਹਨਾਂ ਦੀ ਜੀ। ਨਹੀਂ ਤੁਸੀਂ ਟੀਵੀ ਨੂੰ ਨਾ ਜੀ ਦੇਖੋ, ਟੀਵੀ ਤੇ ਡਿਲੇ ਆ, ਤੁਸੀਂ ਉਹਨੂੰ ਸੁਣਨੋਂ ਛੱਡ ਦਿਓ, ਤੁਸੀਂ ਜਿਹੜੀ ਫੋਨ ਤੇ ਗੱਲ ਚੱਲ ਰਹੀ ਆ ਉਹ ਤੇ ਆਓ ਜੀ। ਅੱਛਾ ਜੀ। ਹਾਂਜੀ ਕੀ ਕਹਿਣਾ ਚਾਹੋਗੇ? ਹਾਂਜੀ ਮੇਰੇ ਇੱਕ ਦੋ ਸੁਝਾਅ ਆ ਕਿ ਅਸੀਂ ਮੈਂ ਸੀਨੀਅਰ ਕਲੱਬ ਦਾ ਮਾਉਂਟਰੀਅਲ ਦੇ ਵਿੱਚ ਪ੍ਰੈਜ਼ੀਡੈਂਟ ਵੀ ਹਾਂ। ਹਾਂਜੀ ਤੇ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਟੀਵੀ ਦੇ ਉੱਤੇ ਜਿੱਦਾਂ ਹੁਣ ਦੇਖ ਰਹੇ ਹਾਂ ਕਿ ਇਹ ਅਸੀਂ ਕੋਈ ਵੀ ਐਕਸਰਸਾਈਜ਼ ਲਈ ਜਾਂ ਹੈਲਥ ਲਈ ਕੋਈ ਥੋੜਾ ਜਿਹਾ ਟਾਈਮ ਵੀ ਹੋਵੇ ਜਿਹੜਾ ਅਸੀਂ ਹੁਣ ਬਾਹਰ ਤਾਂ ਜਾਂਦੇ ਨੇ ਸੀਨੀਅਰਸ ਬਹੁਤੇ ਤੇ ਅਸੀਂ ਉਹਨਾਂ ਦੇ ਸਾਹਮਣੇ ਬੈਠ ਕੇ ਕੋਈ ਚੰਗਾ ਹੋਵੇ ਐਕਸਰਸਾਈਜ਼ ਵਾਲਾ ਵੀ ਅਸੀਂ ਉਹਨੂੰ ਚੰਗੀ ਤਰ੍ਹਾਂ ਫੋਲੋ ਕਰ ਸਕੀਏ ਜਾਂ ਉਹਨੂੰ ਤੋਂ ਕੁਝ ਸਿੱਖ ਸਕੀਏ, ਕੋਈ ਸਪੈਸ਼ਲਾਈਜ਼ ਹੋਵੇ ਤਾਂ
ਜਦੋਂ ਯੋਗਾ ਵਗੈਰਾ ਦੀਆਂ ਐਕਸਰਸਾਈਜ਼ ਹੋਣ ਸਾਡੇ ਲਈ, ਕੋਈ ਬੈਠ ਕੇ ਕਰਨ ਵਾਲਾ ਹੋਵੇ, ਕੋਈ ਲੰਮਾ ਪੈ ਕੇ ਕਰਨ ਵਾਲਾ ਹੋਵੇ। ਹਾਂਜੀ ਦਲ ਸਾਹਿਬ ਕੀ ਕਹਿਣਾ ਚਾਹੋਗੇ? ਹੁੰਦਲ ਸਾਹਿਬ ਬਹੁਤ ਚੰਗੀ ਸੁਜੈਸ਼ਨ ਤੁਸੀਂ ਲਿਆਏ ਹੋ, ਅਸੀਂ ਬਹੁਤ ਇਹ ਰਿਸਪੈਕਟ ਕਰਦੇ ਹਾਂ ਤੁਹਾਡੀ। ਤੁਸੀਂ ਮੌਂਟਰੀਅਲ ਤੋਂ ਕਾਲ ਕੀਤਾ ਹੈ ਤੇ ਮੈਂ ਅੱਗੇ ਹੀ ਪਹਿਲਾਂ ਹੀ ਥੋੜੀ ਦੇਰ ਪਹਿਲਾਂ ਹੀ ਮੇਰੀ ਭੁੱਲਰ ਸਾਹਿਬ ਨਾਲ ਗੱਲ ਹੋਈ ਸੀ। ਮੈਂ ਹਮਦਰਦ ਟੀਵੀ ਨੂੰ ਪਹਿਲਾਂ ਵੀ ਰਿਕੁਐਸਟ ਕੀਤੀ ਹੈ ਕਿ ਅਸੀਂ ਕੋਈ ਪ੍ਰੋਫੈਸ਼ਨਲ ਯੋਗੇ ਦੇ ਜਿਹੜੇ ਟੀਚਰ ਨੇ ਉਹਨਾਂ ਨੂੰ ਲਿਆ ਕੇ, ਚਾਹੇ ਮੇਲ ਹੋਵੇ ਚਾਹੇ ਫੀਮੇਲ ਹੋਵੇ, ਅਸੀਂ ਰਿਕਾਰਡ ਕਰਾਂਗੇ। ਰਿਕਾਰਡ ਕਰਕੇ ਫਿਰ ਅਸੀਂ ਟੀਵੀ ਤੇ ਦਿਖਾ ਲਿਆ ਕਰਾਂਗੇ ਤੇ ਜਿਹੜੇ ਸੀਨੀਅਰ ਘਰਾਂ 'ਚ ਬੈਠੇ ਨੇ ਉਹ ਉਸ ਨੂੰ ਫੋਲੋ ਕਰਕੇ ਸਾਰੀ ਐਕਸਰਸਾਈਜ਼ ਕਰਿਆ ਕਰਨਗੇ ਔਰ ਇਹਦਾ ਬੜਾ ਬੈਨੀਫਿਟ। ਥੈਂਕ ਯੂ ਵੈਰੀ ਮੱਚ, ਤੁਸੀਂ ਬਹੁਤ ਚੰਗਾ ਮੁੱਦਾ ਉਠਾਇਆ। ਕੁਝ ਹੋਰ ਕਹਿਣਾ ਚਾਹੋਗੇ ਜੀ? ਹਾਂਜੀ, ਦੂਜਾ ਸੀ ਮੇਰੇ ਕੋਲ 3 ਕੁਐਸਚਨ ਸੀਗੇ। ਕੁਐਸਚਨ ਹੈ ਕਿ ਜਿੱਦਾਂ ਹੁਣ ਇਹਨਾਂ ਨੇ ਪਹਿਲਾਂ ਕਿਹਾ ਸੀ ਕਿ ਸਾਨੂੰ ਅੰਦਰ ਰਹਿੰਦੇ ਆ ਤੇ ਸਾਨੂੰ ਐਕਚੁਅਲੀ ਆਪਣੇ ਆਪ ਨੂੰ ਕਿੱਦਾਂ ਬਿਜ਼ੀ ਕਰਨਾ ਚਾਹੀਦਾ। ਜੀ ਹਾਂ, ਇਹਦੇ ਵਿੱਚ ਇੱਕ ਕੁਐਸਚਨ ਇਹ ਸੀ। ਦੂਸਰਾ ਸੀ ਕਿ ਅਸੀਂ ਹੁਣ ਕਿਊਬਿਕ 'ਚ ਰਹਿੰਦੇ ਆ। ਜੀ ਹਾਂ, ਸੀਨੀਅਰ ਹੈਗੇ ਆ। ਜੀ ਹਾਂ, ਤੇ ਸਾਡੇ ਇੱਥੇ ਜਿਹੜੇ ਜਿੰਨੇ ਸੀਨੀਅਰਸ ਹੋਮ 'ਚ ਉਹਨਾਂ 'ਚ ਸੀਨੀਅਰਸ ਦੀ ਡੈਥਸ ਬਹੁਤ ਜ਼ਿਆਦਾ ਰੇਟ ਹੋਈਆਂ। ਤਕਰੀਬਨ 80-90% ਸੀਨੀਅਰ ਦੀ 80% ਸੀਨੀਅਰਸ ਦੇ ਵਿੱਚ ਹੋਈਆਂ ਜਿਹਦਾ ਦੱਸਿਆ ਜਾਂਦਾ। ਬਿਲਕੁਲ ਜੀ। ਤੇ ਉਹਦੇ ਤੋਂ ਸਾਨੂੰ ਸਾਡੀ ਕਮਿਊਨਿਟੀ ਨੂੰ ਕੋਈ ਗਾਈਡਲਾਈਨਸ ਲੈਣੀਆਂ ਚਾਹੀਦੀਆਂ। ਹਾਂਜੀ, ਕਿ ਅਸੀਂ ਆਪਣੇ ਜਿਹੜੇ ਹੁਣ ਅਸੀਂ ਸੀਨੀਅਰ ਹੋ ਗਏ ਆ, ਸਾਡੇ ਬੱਚਿਆਂ ਨੂੰ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ ਸਾਨੂੰ ਇਦਾਂ ਦੇ ਸੀਨੀਅਰ ਹੋਮਸ ਤੇ ਡਿਪੈਂਡ ਨਾ ਕਰਨਾ ਪਵੇ, ਕਿਉਂਕਿ ਹੁਣ ਵੀ ਦੇਖਿਆ ਉੱਥੇ ਨਰਸਿਸ ਦੀ ਵੀ ਬੜੀ ਸ਼ਾਰਟੇਜ ਆ ਗਈ ਸੀ ਤੇ ਡਾਕਟਰਸ ਵੀ ਹੈ ਨਹੀਂ। ਜਦੋਂ ਸਾਨੂੰ ਵਿੱਚੋਂ ਜਿਹੜੇ ਬੰਦੇ ਕੰਮ ਕਰਦੇ ਉਹ ਮਿਲਦੇ, ਕਹਿੰਦੇ ਜੀ ਉੱਥੇ ਤਾਂ ਇਦਾਂ ਆ ਕਿ ਕੋਈ ਕਿਸੇ ਨੂੰ ਪੁੱਛਦਾ ਨਹੀਂ, ਕਈ ਤਾਂ ਮਰਨ ਵਾਲੇ ਹੀ ਪਏ ਆ। ਹਾਂਜੀ, ਫਿਰ ਸਾਨੂੰ ਸਾਰਿਆਂ ਨੂੰ ਥੋੜਾ ਬੜਾ ਫਿਕਰ ਜ਼ਰੂਰ ਹੋ ਜਾਂਦਾ ਆ ਕਿ ਅਸੀਂ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਸਾਡੀ ਕਮਿਊਨਿਟੀ ਜਾਂ ਅਸੀਂ ਵੱਡੇ ਹੋ ਕੇ ਇਦਾਂ ਦੀ ਸਿਚੁਏਸ਼ਨ 'ਚ ਨਾ ਚਲੇ ਜਾਈਏ। ਉਹਨੂੰ ਚੇਂਜ ਕਰਨ ਲਈ ਸਾਨੂੰ ਸਾਡੇ ਜਿਹੜੇ ਹੈਗੇ ਆ ਯੰਗ ਜਿਹੜੇ ਸਾਡੇ ਜਿਨ੍ਹਾਂ ਨੇ ਸਾਨੂੰ ਅੱਗੇ ਸਾਂਭਣਾ ਆ ਜਾਂ ਜਿਨ੍ਹਾਂ ਦੇ ਹੁਣ ਓਲਡ ਮਦਰ ਫਾਦਰ ਜਾਂ ਗ੍ਰੈਂਡ ਫਾਦਰ ਗ੍ਰੈਂਡ ਮਦਰ ਆ, ਉਹਨਾਂ ਨੂੰ ਹੁਣ ਕੁਝ ਹੋਰ ਸੋਚਣਾ ਪਊਗਾ। ਸਾਨੂੰ ਆਪਣਾ ਲਾਈਫ ਸਟਾਈਲ ਤੇ ਸਾਨੂੰ ਜਿਹੜੀ ਹੈਗੀ ਆ ਆਪਣਾ ਹਰ ਰੋਜ਼ ਦਾ ਕੰਮ ਕਰ ਰਿਹਾ, ਇਹ ਸਾਨੂੰ ਕਾਫੀ ਚੇਂਜ ਕਰਨਾ ਪੈਣਾ। ਇਹਦੇ ਤੋਂ ਬਾਅਦ ਉਹਦੇ ਲਈ ਸਾਡੇ ਜਿਹੜੇ ਯੰਗਸ ਆ ਉਹਨਾਂ ਨੂੰ ਤਿਆਰ ਰਹਿਣਾ ਪੈਣਾ, ਨਹੀਂ ਤਾਂ ਸਾਡੇ ਜਿਹੜੇ ਸੀਨੀਅਰਸ ਹੋਣੇ ਆ ਉਹਨਾਂ ਦੀ ਹਾਲਤ ਕਿਤੇ ਮਾੜੀ ਨਾ ਹੋ ਜਾਏ। ਜੱਜ ਸਾਹਿਬ ਕੀ ਕਹਿਣਾ ਚਾਹੋਗੇ? ਇਸੇ ਤਰ੍ਹਾਂ ਸੁਝਾਅ ਆ ਕਿ ਜਿਹੜੇ ਪੇਰੈਂਟਸ ਜਿਹੜੇ ਆਪਣੇ ਪੇਰੈਂਟਸ ਨੂੰ ਆਪਣੇ ਘਰਾਂ 'ਚ ਰੱਖਦੇ ਆ, ਉਹਨਾਂ ਨੂੰ ਜਿਹੜੀ ਗੌਰਮੈਂਟ ਹੋਮਸ 'ਚ ਉਹਨਾਂ ਨੂੰ ਪੈਸੇ ਦਿੰਦੀ ਆ ਜਾਂ ਖਰਚਦੀ ਆ, ਉਹ ਥੋੜੇ ਵਾਲੀ ਗੌਰਮੈਂਟ ਜਿਹੜੇ ਐਲਡਰਲੀ ਦਾ ਕੇਅਰ ਕਰਦੇ ਆ ਉਹਨਾਂ ਨੂੰ ਘਰਾਂ 'ਚ ਹੀ ਉਹ ਥੋੜੀ ਵਾਲੀ ਹੈਲਪ ਕਰਨ ਤਾਂ ਇਹ ਹੋਰ ਵੀ ਵਧੀਆ ਹੋਊਗਾ। ਠੀਕ ਹੈ ਜੀ। ਹੁੰਦਲ ਸਾਹਿਬ ਬਹੁਤ ਚੰਗਾ ਤੁਸੀਂ ਇਸ਼ੂ ਲਿਆਂਦਾ ਹੈ। ਉਹਦੇ ਬਾਰੇ ਦੇਖੋ, ਗੱਲ ਇਸ ਤਰ੍ਹਾਂ ਆ ਕਿ ਜਿਸ ਤਰ੍ਹਾਂ ਹੁਣ ਮੈਂ ਆਪਣੀ ਐਗਜ਼ਾਮਪਲ ਦਿੰਦਾ ਕਿ ਮੈਂ ਇੰਡੀਆ ਗਿਆ ਹੋਇਆ ਸੀ ਤੇ ਮੈਂ ਇੰਡੀਆ ਤੋਂ ਜਦੋਂ ਆਇਆ ਤਾਂ ਮੈਨੂੰ 14 ਦਿਨ ਇਕੱਲੇ ਰਹਿਣਾ ਪੈਣਾ ਸੀ, ਕਿਉਂਕਿ ਮੈਂ ਸਿੰਗਲ ਸੀ ਗਿਆ ਵਾਈਫ ਨਹੀਂ ਸੀ ਨਾਲ। ਤੇ ਮੇਰੀ ਵਾਈਫ 14 ਦਿਨ ਮੇਰੇ ਗ੍ਰੈਂਡ ਚਿਲਡਰਨ ਦੇ ਨਾਲ ਰਹੀ ਹੈ। ਬਿਲਕੁਲ। ਔਰ 14 ਦਿਨਾਂ ਦੇ ਵਿੱਚ ਗ੍ਰੈਂਡ ਚਿਲਡਰਨ ਇੰਨੇ ਕੁ ਉਹਦੇ ਕਲੋਜ਼ ਹੋ ਗਏ ਆ ਤੇ ਉਹ ਕਹਿੰਦੇ ਆ ਵੀ ਗ੍ਰੈਂਡ ਮਾਂ ਗੈਮੀ ਸਾਦੇ ਆ ਉਹ ਗ੍ਰੈਂਡ ਮਦਰ ਦੀ ਐਨੀਵੇ ਗੈਮੀ ਯੂ ਸ਼ੁਡ ਸਟੇ ਵਿਦ ਅਸ। ਉਹ ਕਹਿੰਦੇ ਆ ਕਿ ਸਾਡੇ ਨਾਲ ਰਹੋ। ਮੈਨੂੰ ਉਹਨਾਂ ਤੁਹਾਨੂੰ ਜੈਲਸੀ ਤਾਂ ਨਹੀਂ ਹੋਗੀ ਇਸ ਗੱਲ ਦੀ ਕਿ ਜਿਆਦਾ ਉਹਨਾਂ ਦੇ ਨੇੜੇ ਹੋ ਗਏ ਨੇ? ਦੇਖੋ ਥੋੜਾ ਫਰਕ ਤਾਂ ਹੁੰਦਾ। ਦੈਟਸ ਰਾਈਟ, ਦੇ ਆਰ ਮੋਰ ਕਲੋਜ਼ਰ ਟੂ देयर ਗ੍ਰੈਂਡਮਾ। ਅੱਛਾ, ਇਹ ਜਿਹੜਾ ਤੁਸੀਂ ਇਸ਼ੂ ਉਠਾਇਆ, ਇਹ ਦੇਖੋ ਸਾਨੂੰ ਇਹ ਇੱਕ ਕਿਸਮ ਦਾ ਮੌਕਾ ਮਿਲ ਗਿਆ ਕਿ ਅਸੀਂ ਇੱਧਰ ਨੂੰ ਤੁਰਾਂਗੇ ਤਾਂ ਉਹਨਾਂ ਦੇ ਅਸੀਂ ਜ਼ਿਆਦਾ ਕਲੋਜ਼ ਹੋ ਸਕਾਂਗੇ। ਠੀਕ ਹੈ ਜੀ। ਤੇ ਹੁਣ ਜੇ ਸਾਨੂੰ ਟਾਈਮ ਮਿਲਿਆ ਤਾਂ ਅਸੀਂ ਘਰਾਂ 'ਚ ਬੈਠ ਕੇ ਉਹਨਾਂ ਦੇ ਕਲੋਜ਼ ਹੋਣ ਦੀ ਕੋਸ਼ਿਸ਼ ਕਰੀਏ। ਤਰਨਤੇਜ ਸਿੰਘ ਜੀ, ਬਹੁਤ ਵਧੀਆ ਤੁਸੀਂ ਇਹ ਕੁਐਸਚਨ ਉਠਾਇਆ ਕਿ ਵਾਕਿਆ ਹੀ ਇਹ ਅਸੀਂ ਜਿੱਦਾਂ ਸੁਣਦੇ ਸੀ ਜੀ ਉੱਥੇ ਟੇਕ ਕੇਅਰ ਬੜੀ ਹੁੰਦੀ ਆ, ਉਹਨਾਂ ਦੇ ਬੜੇ ਐਕਸਪੈਂਸ ਵੀ 5000 6000 7000 ਤੱਕ ਨੇ। ਔਰ ਜਦੋਂ ਹੁਣ ਦੇਖਿਆ ਕਿ ਹੁਣ ਪ੍ਰੈਕਟੀਕਲੀ ਦੇਖਿਆ ਕਿ ਉੱਥੇ ਜਿੱਦਾਂ ਤੁਸੀਂ ਦੱਸਿਆ ਕਿ ਡਾਕਟਰਾਂ ਦੀ ਸ਼ਾਰਟੇਜ ਸੀ, ਨਰਸਾਂ ਦੀ ਸ਼ਾਰਟੇਜ ਸੀ। ਅਸੀਂ ਚਾਹਾਂਗੇ ਕਿ ਅਸੀਂ ਜ਼ਿਆਦਾ ਕਲੋਜ਼ ਫੈਮਲੀਆਂ ਰਹਿ ਸਕੀਏ। ਇੱਕ ਗੱਲ ਹੋਰ ਆ ਰਹੀ ਹੈ ਜੀ। ਹੁੰਦਲ ਸਾਹਿਬ ਥੈਂਕ ਯੂ ਵੈਰੀ ਮੱਚ। ਅਸੀਂ ਆਪਾਂ ਅਗਲੀ ਕਰ ਲੈਂਦੇ ਹਾਂ ਜੀ।
ਮੇਰੇ ਕੋਲ ਹੈਂਗ ਅਪ ਕਰ ਗਏ ਨੇ ਜੀ, ਜੋ ਤੁਸੀਂ ਦੁਬਾਰਾ ਫੇਰ ਕਾਲ ਕਰ ਸਕਦੇ ਹੋ ਜੀ। ਸਾਡਾ ਜਿਹੜਾ ਸਕਰੀਨ ਤੇ ਨੰਬਰ ਆ ਪਲੀਜ਼ ਉਹਨੂੰ ਦੇਖ ਕੇ ਤੁਸੀਂ ਡਾਇਲ ਕਰ ਸਕਦੇ ਹੋ। ਲਦਰ ਸਾਹਿਬ, ਜਿਹੜੇ ਹੁਣ ਤੁਸੀਂ ਗੱਲ ਕੀਤੀ ਸੀਗੀ ਜ਼ੂਮ ਦੀ, ਜੀ ਨਵੀਂ ਟੈਕਨੋਲੋਜੀ ਹੈ ਜੀ, ਬਿਲਕੁਲ। ਇਹ ਜਿਹੜੀ ਯੰਗ ਜਨਰੇਸ਼ਨ ਆ ਉਹਨੂੰ ਯੂਜ਼ ਕਰਨੀ ਬੜੀ ਸੌਖੀ ਹੈ। ਸੀਨੀਅਰਸ ਨੂੰ ਤੁਹਾਨੂੰ ਲੱਗਦਾ ਵੀ ਇਹ ਇਜ਼ ਇਟ ਈਜ਼ੀ ਟੂ ਡੂ ਦੈਟ? ਬਿਲਕੁਲ। ਮੈਂ ਦੇਖੋ ਸੱਚਾਈ ਤੁਹਾਨੂੰ ਦੱਸਦੇ ਆ, ਹਾਂਜੀ, ਕਿ ਮੈਨੂੰ ਵੀ ਨਹੀਂ ਸੀ ਪਤਾ ਹਾਂਜੀ ਜ਼ੂਮ ਤੇ ਜਾਣ ਦਾ ਜੀ। ਹਾਂ ਮੈਂ ਫਿਰ ਹੈਲਪ ਲਈ ਤੇ ਇਹ ਡਾਕਟਰ ਸਾਹਿਬ ਨੂੰ ਮੈਂ ਕਾਲ ਕੀਤਾ। ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਦੱਸੋ ਕਿੱਦਾਂ ਮੈਂ ਇੱਥੇ ਜਾਣਾ। ਇਹਨਾਂ ਨੇ ਮੈਨੂੰ ਸਮਝਾਇਆ ਤੇ ਆਈ ਫੋਲੋ ਇਟ ਤੇ ਮੈਂ ਸਕਸੀਡ ਹੋ ਗਿਆ। ਇਸੇ ਤਰ੍ਹਾਂ ਦੇਖੋ ਹੁਣ ਮੈਨੂੰ ਉਹਦਾ ਪਤਾ ਲੱਗ ਗਿਆ। ਇਹ ਤਾਂ ਹੀ ਹੋਇਆ ਕਿ ਮੈਂ ਕੋਸ਼ਿਸ਼ ਕੀਤੀ। ਤੇ ਮੈਂ ਤੇ ਇਹ ਸਾਰਿਆਂ ਸੀਨੀਅਰਸ ਨੂੰ ਕਹੂੰਗਾ ਕਿ ਪਲੀਜ਼ ਇਸ ਸਮੇਂ ਸਾਨੂੰ ਜਿਹੜਾ ਹੁਣ ਮਿਲਿਆ, ਇਹ ਵੀ ਇੱਕ ਕਿਸਮ ਦਾ, ਇਹਨੂੰ ਪੋਜ਼ਿਟਿਵ ਸਾਈਡ ਦੇਖੀਏ, ਗੋਡ ਗਿਫਟ ਹੋਇਆ। ਅਸੀਂ ਆਪਣੇ ਪਰਿਵਾਰ 'ਚ ਬੈਠਾਂਗੇ, ਕੁਝ ਸਿੱਖਾਂਗੇ, ਕੁਝ ਉਹਨਾਂ ਨੂੰ ਸਿਖਾਵਾਂਗੇ, ਕੁਝ ਉਹਨਾਂ ਤੋਂ ਸਿੱਖਾਂਗੇ। ਤੇ ਹੁਣ ਕਈ ਸੀਨੀਅਰਸ ਐਸੀ ਗੱਲ ਹੈਗੀ ਆ ਜੁਦਰ ਸਾਹਿਬ, ਬਾਹਰਲੇ ਕੰਟਰੀਜ਼ 'ਚ ਬੈਠੇ ਆ, ਕੋਈ ਇੰਡੀਆ 'ਚ ਬੈਠਾ, ਈਵਨ ਇੱਥੋਂ ਦੇ ਸੀਨੀਅਰਸ ਕਈ ਬੱਚਿਆਂ ਨੂੰ ਮਿਲਣ US 'ਚ ਗਏ ਹੋਏ ਆ, ਉਹ ਉੱਥੇ ਬੈਠੇ ਨੇ, ਕੋਈ ਯੂਰਪ 'ਚ ਬੈਠਾ ਹੈ। ਉਹਨਾਂ ਦੇ ਬਾਰੇ ਤੁਸੀਂ ਕੀ, ਕੋਈ ਗੌਰਮੈਂਟ ਦੇ ਐਲਾਨ ਕੋਈ ਕਰ ਰਹੀ ਹੈ, ਉਹਦੇ ਬਾਰੇ ਕੁਝ ਹੈ ਵੀ ਸੀਨੀਅਰਸ ਵਾਸਤੇ ਕੁਝ? ਇਸ ਬਾਰੇ ਚਲੋ ਬਹੁਤ ਵਧੀਆ ਕੁਐਸਚਨ ਹੈ ਕਿ ਮੈਂ ਵੀ ਇੱਥੋਂ ਦੀ ਲੰਘਿਆ ਜੀ, ਕਿ ਮੈਂ ਇੰਡੀਆ ਗਿਆ ਹੋਇਆ ਸੀ। ਹਾਂਜੀ, ਮੈਂ ਜਨਵਰੀ ਦੇ ਐਂਡ 'ਚ ਗਿਆ ਸੀ। ਹਾਂਜੀ, ਤੇ ਇਹ ਮਾਰਚ ਦੇ ਵਿੱਚ, ਫਿਰ ਫਰਵਰੀ ਦੇ ਐਂਡ 'ਚ ਕਾਫੀ ਰੌਲਾ ਪੈ ਗਿਆ। ਹਾਂਜੀ, ਤੇ ਸਾਨੂੰ ਕਿਹਾ ਗਿਆ ਕਿ ਤੁਸੀਂ ਘਰਾਂ 'ਚ ਰਹਿਣਾ, ਕਰਫਿਊ ਲੱਗ ਗਿਆ ਜੀ। ਅੱਛਾ, ਹੁਣ ਜਦੋਂ ਕਰਫਿਊ ਲੱਗ ਗਿਆ ਕਿ ਤੁਸੀਂ ਉੱਥੇ ਐਤਕੀ ਇੱਕ ਹੋਰ ਚੀਜ਼ ਮੈਂ ਇਹ ਨੋਟਿਸ 'ਚ ਲਿਆਉਣੀ ਚਾਹੁੰਦਾ NRI ਦੇ, ਕਿ ਅਸੀਂ ਜਿਹੜੇ NRI ਸੀ ਇਸ ਟਾਈਮ ਤੇ ਸਾਡੀ ਓਨੀ ਰਿਸਪੈਕਟ ਇੰਡੀਆ ਦੇ ਵਿੱਚ ਹੈ ਨਹੀਂ ਜੀ। ਸਾਨੂੰ ਪ੍ਰਵਾਸੀ ਕਹਿੰਦੇ ਨੇ। ਉਹ ਕਹਿੰਦੇ ਨੇ ਕਿ NRI ਜਿਹੜੇ ਆਏ ਆ, ਇਹ ਡਿਜ਼ੀਜ਼ ਸਾਡੇ ਇੰਡੀਆ 'ਚ ਲੈ ਕੇ ਆਏ। ਸੋ ਭਾਵੇਂ ਕਿਸੇ ਕੰਟਰੀ ਤੋਂ ਵੀ ਆਏ, ਕਿਸੇ ਕੰਟਰੀ। ਔਰ ਦੂਜੀ ਗੱਲ ਇਹ ਹੁੰਦੀ ਆ, ਮੈਂ ਦੇਖਿਆ ਕਿ ਜਿਹੜੇ ਪਿੰਡਾਂ ਦੇ ਵਿੱਚ ਆਉਂਦੇ ਨੇ, ਪੁਲਿਸ ਇੱਕਦਮ ਆਉਂਦੀ ਆ ਕਿ ਪਿੰਡ ਵਾਲੇ ਹੀ ਫੋਨ ਕਰ ਦਿੰਦੇ ਆ, ਉਹਨਾਂ ਦੇ ਬਾਹਰ ਨੋਟਿਸ ਲਾਉਂਦੀ ਆ ਕਿ ਇਹ 14 ਦਿਨ ਤੱਕ ਬਾਹਰ ਨਹੀਂ ਨਿਕਲ ਸਕਦੇ ਘਰ ਚੋਂ। ਅੱਛਾ ਜੀ। ਔਰ ਕੋਈ ਵੀ ਬੰਦਾ ਇਸ ਘਰ 'ਚ ਨਹੀਂ ਐਂਟਰ ਹੋ ਸਕਦਾ। ਸੈਲਫ ਆਈਸੋਲੇਸ਼ਨ ਦਾ ਨੋਟਿਸ ਲੱਗਦਾ। ਐਗਜ਼ੈਕਟਲੀ, ਆਈਸੋਲੇਸ਼ਨ ਵਾਲਾ ਹਿਸਾਬ। ਪਰ ਉਹਦੇ ਨਾਲ ਕੀ ਹੋਇਆ ਹੈ ਕਿ ਮੈਂ ਤੇ ਇਹ ਐਤਕੀ ਜੱਜਮੈਂਟ ਕੀਤੀ ਹੈ ਕਿ ਅਸੀਂ ਚਲੋ ਆ ਗਏ, ਅਸੀਂ ਇੱਥੇ ਵੱਡੇ ਹੋਏ, ਸਾਡਾ ਕੁਝ ਮੋਹ ਉੱਥੇ ਜੁੜਿਆ ਹੋਇਆ ਉਹਨਾਂ ਚੀਜ਼ਾਂ ਦੇ ਨਾਲ, ਜਾਂ ਜਾਇਦਾਦਾਂ ਦੇ ਨਾਲ, ਜਾਂ ਆਪਣੇ ਰਿਸ਼ਤੇਦਾਰਾਂ ਦੇ ਨਾਲ। ਪਰ ਅਸੀਂ ਹੁਣ ਇੱਥੇ ਦੇ ਸਿਟੀਜ਼ਨ ਹੋ ਗਏ ਤੇ ਹੁਣ ਰਿਅਲਾਈਜ਼ ਹੋਇਆ ਵੀ ਯੂ ਡੋਂਟ ਬਿਲੋਂਗ ਟੂ ਇੰਡੀਆ। ਤੁਸੀਂ ਉੱਥੇ ਦੇ ਸਿਟੀਜ਼ਨ ਆ ਤਾਂ ਉੱਥੇ ਕਿਉਂ ਨਹੀਂ ਰਹਿੰਦੇ? ਠੀਕ ਹੈ। ਔਰ ਇਸ ਤਰ੍ਹਾਂ ਦੀਆਂ ਗੱਲਾਂ ਜੁੜ ਗਈਆਂ। ਪਰ ਦੂਜੀ ਗੱਲ ਇਹ ਹੋਈ ਕਿ ਦੇਖੋ, ਜਿਸ ਤਰ੍ਹਾਂ ਕਿ ਲਾਕਡਾਊਨ ਹੋ ਗਿਆ ਕਿ ਕੋਈ ਵੀ ਫਲਾਈਟ ਨਹੀਂ ਸੀ ਜਾਂਦੀ, 에ਅਰ ਸਰਵਿਸ ਬੰਦ ਹੋ ਗਈ, ਬਿਲਕੁਲ ਬੰਦ ਹੋ ਗਈ। ਫਿਰ ਵੀ ਅਸੀਂ ਦੇਖੋ ਸਾਰੇ ਗਵਰਨਮੈਂਟ ਨੇ ਵੀ, ਅਸੀਂ ਇਹਨਾਂ ਨੂੰ ਗਵਰਨਮੈਂਟ ਨੂੰ ਵੀ ਬਲੇਮ ਨਹੀਂ ਕਰ ਸਕਦੇ ਕਿ ਇਹਨਾਂ ਨੇ ਵੀ ਐਫਰਟ ਕੀਤੇ ਨੇ। ਹੁਣ ਐਫਰਟ ਕਰਕੇ ਇਹਨਾਂ ਨੇ ਫਲਾਈਟਾਂ ਵੀ ਲਾਈਆਂ ਹੈ, ਪਰ ਗਿਣਤੀ ਇੰਨੀ ਜ਼ਿਆਦਾ ਆ ਕਿ ਉਹ ਇੱਕਦਮ ਆ ਨਹੀਂ ਸਕਦੇ। ਪਰ ਉਹ ਫਲਾਈਟਾਂ ਮੈਂ ਤੇ ਇਹ ਵੀ ਰਿਕੁਐਸਟ ਕਰੂੰਗਾ ਕਿ ਜਿੰਨੀ ਛੇਤੀ ਹੋ ਸਕਦਾ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ। ਕਾਲ ਲਈ ਜੀ। ਹਾਂਜੀ, ਲਓ ਜੀ। ਹੈਲੋ ਕਾਲਰ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਦੀ 에ਅਰ ਹੋ, ਕੀ ਕਹਿਣਾ ਚਾਹੋਗੇ? ਹਾਂਜੀ, ਕੀ ਕਹਿਣਾ ਚਾਹੋ? ਕੀ ਨਾਮ ਹੈ ਤੁਹਾਡਾ, ਸ਼ੁਭ ਨਾਮ? ਮੇਰਾ ਨਾਮ ਗੁਰਮੀਤ ਰਠੌਰ ਹੈ। ਹਾਂਜੀ ਮਿਸਟਰ ਰਠੌਰ, ਕੀ ਕਹਿਣਾ ਚਾਹੋਗੇ ਜੀ? ਮੈਂ ਬਸ ਇਹ ਦੱਸਣਾ ਚਾਹੁੰਦੀ ਕਿ ਅਸੀਂ ਕਲੱਬ ਬਣਾਈ ਹੋਈ ਹੈ, ਜਿਵੇਂ ਕਿ ਸੀਨੀਅਰ ਕਲੱਬ ਬਣੀਆਂ ਹੋਈਆਂ। ਤੇ ਅੱਜ ਕੱਲ੍ਹ ਵੈਸੇ ਹੈ ਤਾਂ ਮੁਸ਼ਕਿਲ ਹੈ ਸੀਨੀਅਰਸ ਵਾਸਤੇ, ਕਿਉਂਕਿ ਮਤਲਬ ਕਿ ਆਪਾਂ ਸਾਰੇ ਅੰਦਰ ਬੰਦ ਹੋ ਗਏ ਆ। ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਹੈ ਸਾਰਿਆਂ ਕਲੱਬਾਂ ਨੇ ਕਿ ਮਤਲਬ ਕਿ ਜ਼ੂਮ ਤੇ ਜਾ ਕੇ ਗੱਲਾਂ ਕਰੀਦੀਆਂ ਆ, ਇੱਕ ਦੂਜੇ ਦੀਆਂ ਸ਼ਕਲਾਂ ਦੇਖੀਦੀਆਂ, ਥੋੜਾ ਟਾਈਮ ਪਾਸ ਹੋ ਜਾਂਦਾ। ਪਰ ਆਪਾਂ ਨੂੰ ਮਤਲਬ ਕਿ ਚਾਹੀਦਾ ਹੈ ਕਿ ਜਿੱਦਾਂ ਕਈ ਲੋਕ ਇਕੱਲੇ ਹੈਗੇ ਆ ਤੇ ਉਹ ਉਹਨਾਂ ਦੇ ਘਰ ਦੇ ਵਿੱਚ ਵੀ ਕੋਈ ਨਹੀਂ ਆ, ਤੇ ਆਪਾਂ ਜਿਹੜੇ ਲੋਕ ਹੈਗੇ ਆ, ਆਪਾਂ ਨੂੰ ਚਾਹੀਦਾ ਕਿ ਇੱਕ ਦੂਜੇ ਨੂੰ ਫੋਨ ਕਰਕੇ ਉਹਨਾਂ ਦਾ ਟਾਈਮ ਸਪੈਂਡ ਕਰੀਏ ਉਹਨਾਂ ਦੇ ਨਾਲ ਨਾ, ਤਾਂ ਕਿ ਮਤਲਬ ਸਟ੍ਰੈਸ ਵਿੱਚ ਨਾ ਆਉਣਾ ਜਾਂ ਮਤਲਬ ਕਿ ਨਾ ਸੋਚਣਾ, ਰਾਈਟ। ਤੇ ਆਪਾਂ ਇਹੀ ਕਰ ਸਕਦੇ ਆ ਇਹਦੇ ਵਿੱਚ, ਹੋਰ ਤਾਂ ਕੁਝ ਕਰ ਨਹੀਂ ਸਕਦੇ ਕਿਉਂਕਿ ਬਾਹਰ ਉਹਨਾਂ ਨੂੰ ਮਿਲ ਤਾਂ ਨਹੀਂ ਸਕਦੇ ਆ। ਠੀਕ ਹੈ ਜੀ। ਤੇ ਮੇਬੀ ਉਹਦੇ ਨਾਲ ਵੀ ਉਹ ਥੋੜਾ ਠੀਕ ਫੀਲ ਕਰਨਗੇ। ਹਾਂਜੀ, ਥੈਂਕ ਯੂ ਜੀ। ਕੀ ਕਹਿਣਾ ਚਾਹੋਗੇ ਤੁਸੀਂ? ਹਾਂਜੀ ਗੁਰਮੀਤ ਜੀ, ਬਹੁਤ ਥੈਂਕ ਯੂ ਤੁਹਾਡਾ ਰੇਡੀਓ ਤੇ ਆਉਣ ਦਾ।
ਤੁਸੀਂ ਜਿਹੜਾ ਇਹ ਦੱਸਿਆ ਹੈਗਾ ਜ਼ੂਮ ਤੇ ਜਾ ਕੇ ਆਪਾਂ ਸਾਰੇ ਇੱਕ ਦੂਜੇ ਨੂੰ ਮਿਲਦੇ ਹਾਂ, ਬਹੁਤ ਚੰਗੀ ਗੱਲ ਹੈ ਕਿ ਆਪਾਂ ਟੈਲੀਫੋਨਾਂ ਵਾਲੀ ਗੱਲ ਜਿਹੜੀ ਤੁਸੀਂ ਕੀਤੀ ਆ ਇਹ ਵੀ ਐਪਰੀਸ਼ੀਏਬਲ ਆ ਕਿ ਕਈ ਸਾਡੇ ਸੀਨੀਅਰ ਸਿੰਗਲ ਨੇ, ਹਾਂਜੀ, ਬਿਲਕੁਲ ਇਕੱਲੇ ਰਹਿੰਦੇ ਨੇ, ਬਿਲਕੁਲ, ਹਾਂਜੀ। ਔਰ ਉਹ ਅੱਗੇ 5 ਦਿਨ ਹੁੰਦੀਆਂ ਵੀ ਕਿਸੇ ਕਲੱਬ ਚਲ ਗਿਆ, ਕਦੇ ਕਿਸੇ ਕਲੱਬ ਚਲ ਗਿਆ, ਹੁਣ ਉਹ ਬਿਲਕੁਲ ਆਈਸੋਲੇਟ ਹੋ ਗਏ ਔਰ ਉਹਨਾਂ ਦੇ ਕੋਲ ਕੋਈ ਉਪਰਾਲਾ ਨਹੀਂ ਹੈਗਾ। ਠੀਕ ਹੈ ਜੀ। ਤੇ ਉਹ ਲੋਕ ਇਦਾਂ ਦੇ ਨੇ, ਕੁਛ ਓਲਡ ਨੇ ਤੇ ਉਹ ਜ਼ੂਮ ਤੇ ਵੀ ਨਹੀਂ ਜਾ ਸਕਦੇ ਤੇ ਸਾਡਾ ਫਰਜ਼ ਬਣਦਾ, ਇਹਨਾਂ ਦਾ ਪੁਆਇੰਟ ਬਹੁਤ ਵੈਲਿਡ ਆ ਕਿ ਅਸੀਂ ਉਹਨਾਂ ਨੂੰ ਕਾਲ ਕਰਦੇ ਰਹੀਏ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਰਹੀਏ, ਉਹਨਾਂ ਦੇ ਹਾਲਾਤ ਵੀ। ਕੁਝ ਹੋਰ ਕਹਿਣਾ ਚਾਹੋਗੇ ਜੀ? ਬਸ ਥੈਂਕ ਯੂ ਜੀ, ਥੈਂਕਸ ਫॉर ਕਾਲਿੰਗ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਸਿੰਗਲ ਦੀ ਗੱਲ ਕੀਤੀ ਕਿ ਸੀਨੀਅਰ ਸਿੰਗਰ ਨੇ, ਹੁਣ ਸੀਨੀਅਰਸ ਨੂੰ ਕੋਈ ਅਪਾਇੰਟਮੈਂਟ ਤੇ ਜਾਣਾ, ਜਿਹੜੇ ਸਿੰਗਲ ਹੈਗੇ ਨੇ ਖਾਸ ਕਰਕੇ ਡਾਕਟਰ ਦੇ ਅਪਾਇੰਟਮੈਂਟ ਜਾਣੀ ਹੈ, ਡੈਂਟਿਸਟ ਤੇ ਜਾਣਾ, ਕੋਈ ਇਹੋ ਜਿਹਾ ਕੁਛ ਕਰਨਾ, ਉਹਨਾਂ ਦੇ ਬਾਰੇ ਕੀ ਕੋਈ ਗੰਭਟਨੀਓ ਵੀ ਹੈ ਜਾਂ ਪਰਿਵਾਰਾਂ ਨੂੰ ਹੀ ਆਪਣੇ ਆਪ ਅਰੇਂਜ ਕਰਨਾ ਪੈਂਦਾ ਉਹਨਾਂ ਨੂੰ ਇਸ ਤਰ੍ਹਾਂ ਲੈ ਕੇ ਜਾਣ ਵਾਸਤੇ? ਦੇਖੋ, ਥੋੜੀ ਫੈਸਿਲਿਟੀ ਹੈ। ਹਾਂਜੀ। ਜੇ ਸੀਨੀਅਰ ਨੂੰ ਡਾਕਟਰ ਲਿਖ ਦਿੰਦਾ ਹੈ, ਹਾਂਜੀ, ਉਹ ਫਿਰ ਕਾਲ ਕਰਦੇ ਆ, ਉਹ ਸਰਵਿਸ ਹੈਗੀ ਹੈ, ਬੜੀ ਸਸਤੀ ਜਿਹੀ ਹੈ ਜੀ। ਉਹ ਟੈਕਸੀ ਆਉਂਦੀ ਆ, ਉਹਨਾਂ ਨੂੰ ਲੈ ਜਾਂਦੀ ਆ ਡਾਕਟਰ ਦੇ, ਜਦੋਂ ਫਿਨਿਸ਼ ਕਰ ਲੈਂਦੇ ਘਰ ਵੀ ਛੱਡ ਜਾਂਦੀ ਹੈ। ਠੀਕ ਹੈ ਜੀ। ਉਹ ਸਰਵਿਸ ਵੀ ਹੈਗੀ ਆ। ਪਰ ਅਸੀਂ ਮੈਂ ਇਹ ਪ੍ਰਪੋਜ਼ ਕੀਤਾ ਸੀ ਆਪਣੇ ਮਿਸਿਸ ਸਾਗਾ ਸੀਨੀਅਰ ਕਲਚਰਲ ਐਸੋਸੀਏਸ਼ਨ ਦੇ ਵਿੱਚ ਤਾਂ ਅਸੀਂ ਇਦਾਂ ਕਰੀਏ ਕਿ 2-2 ਵੀਕ ਜਾਂ 3-3 ਵੀਕ ਦੀ ਡਿਊਟੀ ਵਲੰਟੀਅਰ ਲੈ ਲਈਏ। ਹਾਂਜੀ। ਕਈ ਵਾਰੀ ਕੀ ਹੁੰਦਾ ਕਿ ਮੈਂ ਸੀਨੀਅਰ ਆ, ਫਰਜ਼ ਕਰੋ ਮੇਰੀ ਬੇਟੀ ਆ, ਮੇਰਾ ਬੇਟਾ ਆ ਜਾਂ ਮੇਰੀ ਨੂੰਹ ਆ, ਉਹ ਸਾਰੇ ਕੰਮਾਂ ਤੇ ਹੁੰਦੇ ਆ। ਠੀਕ ਹੈ। ਤੇ ਇੱਕਦਮ ਤੁਹਾਨੂੰ ਐਮਰਜੈਂਸੀ ਪੈ ਜਾਂਦੀ ਆ। ਹਾਂਜੀ। ਔਰ ਉੱਥੇ ਤੁਸੀਂ ਫੋਨ ਨਹੀਂ ਕਰ ਸਕਦੇ, ਜੇ ਫੋਨ ਕਰਦੇ ਆ ਤੇ ਉਹ ਆ ਨਹੀਂ ਸਕਦੇ। ਜੀ ਆ। ਕੋਈ ਹਰ ਇੱਕ ਬੰਦਾ ਕੰਮ ਤੇ ਗਿਆ ਹੈ, ਐਮਰਜੈਂਸੀ ਹੋਵੇ ਤਾਂ ਸਾਨੂੰ ਸੀਨੀਅਰਸ ਨੂੰ ਜਿਹੜੇ ਐਕਟਿਵ ਨੇ ਉਹਨਾਂ ਨੂੰ ਚਾਹੀਦਾ ਕਿ ਇਹ ਵਲੰਟੀਅਰ ਵਰਕ ਅਸੀਂ ਇਹ ਸੇਵਾ ਆਪਣੇ ਹੱਥ 'ਚ ਲਈਏ। ਜਿੰਨੀਆਂ ਸੀਨੀਅਰ ਕਲੱਬਾਂ ਨੇ ਉਹ ਵਲੰਟੀਅਰ ਉਸ ਮਹੀਨੇ ਲਈ ਜਾਂ 3 ਵੀਕ ਲਈ ਉਹ ਆਪਣੇ ਆਪ ਨੂੰ ਵਲੰਟੀਅਰ ਕਰਨਗੇ, ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਲੈ ਕੇ ਜਾਵਾਂਗੇ, ਤੁਹਾਨੂੰ ਘਰ ਛੱਡਾਂਗੇ। ਕਈ ਸੀਨੀਅਰਸ ਪਰਿਵਾਰਾਂ 'ਚ ਰਹਿੰਦੇ ਨੇ ਜੀ, ਬੜਾ ਪੂਰਾ ਪਰਿਵਾਰ ਹੈ, ਅੱਗੇ ਪੋਤੇ ਦੋਤੇ ਹੈਗੇ ਨੇ ਜੀ ਜੀ, ਪਰ ਪਰਿਵਾਰ 'ਚ ਰਹਿੰਦੇ ਹੋਏ ਵੀ ਇਕੱਲੇ ਨੇ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਧੀਆ ਤੁਸੀਂ ਇਹ ਕੁਐਸਚਨ ਉਠਾਇਆ। ਸਾਡੇ ਕੀ ਸਿਸਟਮ ਕੀ ਹੋ ਗਿਆ ਕਿ ਅਸੀਂ ਜਦੋਂ ਇੰਡੀਆ ਦੇ ਵਿੱਚ ਸੀ, ਹਾਂਜੀ, ਫਰਜ਼ ਕਰੋ ਸਾਡੇ ਬੇਟਾ ਇੱਥੇ ਆ ਗਿਆ ਮੈਰਿਜ ਕਰਾ ਕੇ, ਹਾਂਜੀ, ਔਰ ਅਸੀਂ ਇੰਡੀਆ ਦੇ ਵਿੱਚ ਰਹੇ, ਫਿਰ ਉਸ ਬੇਟੇ ਨੇ ਸਾਨੂੰ ਸਪਾਂਸਰ ਕਰਤਾ। ਠੀਕ ਹੈ ਜੀ। ਔਰ ਅਸੀਂ ਸੀਨੀਅਰ ਇੱਥੇ ਆ ਗਏ। ਹਾਂਜੀ। ਹੁਣ ਸਾਡੇ ਇਹ ਬਹੁਤ ਵੱਡੀ ਗੱਲ ਆ, ਕਈ ਵਾਰੀ ਇਸ਼ੂ ਹੋਇਆ ਹਾਂਜੀ ਕਲੱਬਾਂ ਦੇ ਵਿੱਚ ਜੀ। ਔਰ ਉਹ ਜਿਹੜਾ ਸਾਡਾ ਸਿਚੁਏਸ਼ਨ, ਅਸੀਂ ਜਦੋਂ ਇੰਡੀਆ ਤੋਂ ਆਉਂਦੇ ਆ, ਜਿਸ ਤਰ੍ਹਾਂ ਅਸੀਂ ਉੱਥੇ ਆਪਣੀ ਏਜ ਕੱਢੀ ਹੁੰਦੀ ਆ ਜਾਂ ਆਪਣਾ ਸਿਲਸਿਲਾ ਆਪ ਤੋਰਿਆ ਹੁੰਦਾ ਹੈ, ਘਰ ਦੇ ਤੁਸੀਂ ਬੌਸ ਹੁੰਦੇ ਆ, ਜੋ ਤੁਸੀਂ ਚਾਹੁੰਦੇ ਆ ਉਹੀ ਹੋਣਾ ਚਾਹੀਦਾ, ਮਨਮਰਜ਼ੀ ਕਰਦੇ ਹੋ। ਹਾਂਜੀ, ਹਾਂ, ਤੇ ਮਨਮਰਜ਼ੀ ਕਰਦੇ। ਔਰ ਫਿਰ ਤੁਹਾਨੂੰ ਹੁੰਦਾ ਵੀ ਇਹ ਮੇਰਾ ਮੁੰਡਾ, ਜਿੱਦਾਂ ਤੁਸੀਂ ਆਪਣੇ ਫਾਦਰ ਦੇ ਜੀ ਆਇਆਂ ਨੂੰ ਹਜ਼ੂਰੀ ਕਰਦੇ ਸੀ, ਅਸੀਂ ਐਕਸਪੈਕਟ ਕਰਦੇ ਆ ਕਿ ਇਹ ਵੀ ਕਰਨ। ਹਾਂਜੀ। ਉੱਥੇ ਥੋੜੀ ਜਿਹੀ ਸਾਡੀ ਪ੍ਰੋਬਲਮ ਆ ਜਾਂਦੀ ਹੈ ਜੀ, ਕਿਉਂਕਿ ਹੁਣ ਉਹਨਾਂ ਨੇ ਡਿਫਰੈਂਟ ਕੰਟਰੀ ਦੇ ਵਿੱਚ ਆ ਕੇ ਡਿਫਰੈਂਟ ਲਾਈਫ ਸ਼ੁਰੂ ਕੀਤੀ ਹੈ। ਇੱਥੇ ਦੇ ਸਿਸਟਮ ਨੂੰ ਸਾਨੂੰ ਅਡਾਪਟ ਕਰਨਾ ਚਾਹੀਦਾ ਜੀ। ਥੋੜਾ ਟਾਈਮ ਤਾਂ ਲੱਗ ਜਾਂਦਾ ਹੈ, ਪਰ ਜੇ ਅਸੀਂ ਇਸ ਡਾਇਰੈਕਸ਼ਨ ਨੂੰ ਦੇਖੀਏ ਤੇ ਅਸੀਂ ਕਾਮਯਾਬ ਹੋ ਜਾਂਦੇ ਹਾਂ। ਕਾਲ ਲੈ ਲੀजिए। ਹਾਂਜੀ, ਲਓ ਜੀ। हेलो कॉलर, सत श्री अकाल जी, कौन साहब बोल रहे हैं? हेलो जी, मैं रानी बोल रही हूँ। हाँ जी रानी जी, की कहना चाहोगे? हाँ जी, मैं ये कहना चाहती सी जी, ਜਿਹੜੇ ਮਤਲਬ ਘਰਾਂ ਦੇ ਵਿੱਚ ਆਪਣੇ ਪੇਰੈਂਟਸ ਹੈਗੇ ਆ ਵਿਚਾਰੇ, ਇਸ ਸਿਚੁਏਸ਼ਨ ਦੇ ਵਿੱਚ ਬੜਾ ਉਹਨਾਂ ਦਾ ਮਨੋਬਲ ਜਿਹੜਾ ਥੱਲੇ ਗਿਰ ਰਿਹਾ। ਹਾਂਜੀ। ਕਿਉਂਕਿ ਇੱਕ ਡਰ ਆ ਕਿ ਜੋ ਵੀ ਸਾਡੇ ਕੋਲ ਆਊਗਾ ਜਾਂ ਬੱਚਿਆਂ ਨੂੰ ਵੀ ਆ ਕੇ ਪੇਰੈਂਟਸ ਨਾ ਸਿੱਖ ਹੋ ਜਾਣ, ਤੇ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਮਿਲਦਾ ਨਹੀਂ ਤੇ ਉਹ ਬੜੇ ਡਿਪਰੈਸ ਹੋ ਰਹੇ ਆ ਨਾ ਜੀ। ਤੇ ਮੈਂ ਕਹਿਣਾ ਚਾਹੁੰਦੀ ਆ ਵੀ ਲੋਕਾਂ ਨੂੰ ਚਾਹੀਦਾ ਆ ਕਿ ਜਿਹੜੇ ਤੁਹਾਡੇ ਬੱਚੇ ਵੱਖ ਵੀ ਰਹਿੰਦੇ ਆ, ਉਹਨਾਂ ਨੂੰ ਐਟਲੀਸਟ ਵਨਸ ਇਨ ਅ ਵੀਕ ਜਾਂ ਟਵਾਈਸ ਇਨ ਅ ਵੀਕ ਜਾ ਕੇ ਆਪਣੇ ਪੇਰੈਂਟਸ ਨੂੰ ਭਾਵੇਂ ਡਰਾਈਵੇ ਤੇ ਜਾਣ, ਅੰਦਰ ਵੀ ਤੁਸੀਂ ਪ੍ਰੀਕਾਸ਼ਨ ਨਾਲ ਜਾ ਕੇ ਉਹਨਾਂ ਨੂੰ ਜੋ ਉਹਨਾਂ ਦੀ ਕੋਈ ਫੇਵਰਟ ਚੀਜ਼ ਆ ਉਹ ਬਣਾ ਕੇ ਲੈ ਜਾਓ, ਜਾਂ ਉਹਨਾਂ ਨੂੰ ਕੋਈ ਜੋਕ ਸੁਣਾ ਕੇ ਆਓ, ਕੁਛ ਨਾ ਕੁਛ ਉਹਨਾਂ ਦਾ ਮਨੋਬਲ ਸਟਰੋਂਗ ਰੱਖਣ ਲਈ ਸਾਰੇ ਬੱਚਿਆਂ ਨੂੰ ਆਪਣੇ ਪੇਰੈਂਟਸ ਲਈ
ਜ਼ਰੂਰ ਟਾਈਮ ਕੱਢਣਾ ਚਾਹੀਦਾ ਆ। ਜੋ ਹੈਗਾ ਆ ਬਿਮਾਰੀ ਉਹ ਤਾਂ ਹੈ, ਸਭ ਨੂੰ ਡਰ ਆ ਜੀ ਹਾਂ, ਬਟ ਪੇਰੈਂਟਸ ਜਿਨ੍ਹਾਂ ਨੇ ਤੁਹਾਨੂੰ ਬਰਥ ਦਿੱਤਾ ਆ ਉਹਨਾਂ ਦੀ ਜ਼ਿੰਦਗੀ ਲਈ, ਉਹਨਾਂ ਨੂੰ ਸਟਰੋਂਗ ਕਰਨ ਲਈ ਸਭ ਤੋਂ ਪਹਿਲਾਂ ਬੱਚਿਆਂ ਦਾ ਹੀ ਫਰਜ਼ ਹੁੰਦਾ ਹੈ ਕਿ ਉਹਨਾਂ ਨੂੰ ਆਪਣੇ ਪੇਰੈਂਟਸ ਦੇ ਨਾਲ ਟਾਈਮ ਕੱਢ ਕੇ ਜ਼ਰੂਰ ਵੀਕ ਦੇ ਵਿੱਚ 1 ਜਾਂ 2 ਵਾਰ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਆ ਕਿ ਕੋਈ ਵੀ ਸਿਚੁਏਸ਼ਨ ਆਵੇ ਅਸੀਂ ਤੁਹਾਡੀ ਕੇਅਰ ਕਰਦੇ ਹਾਂ। ਥੈਂਕ ਯੂ ਜੀ, ਥੈਂਕਸ ਫॉर ਕਾਲਿੰਗ ਜੀ। ਕੀ ਕਹਿਣਾ ਜੀ ਤੁਸੀਂ ਬਹੁਤ ਚੰਗਾ ਇਸ਼ੂ ਉਠਾਇਆ ਕਿ ਇਹ ਅਸੀਂ ਸਾਰੇ ਸੀਨੀਅਰਸ ਨੂੰ ਕਹਿੰਦੇ ਆ ਕਿ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਰਿਕੁਐਸਟ ਕਰਦੇ ਆ ਕਿ ਜਿਹੜੇ ਤੁਹਾਡੇ ਪੇਰੈਂਟਸ ਆ ਜੇ ਉਹ ਇਕੱਲੇ ਵੀ ਰਹਿੰਦੇ ਆ, ਦੇਖੋ ਆਮ ਤੌਰ ਤੇ ਕੀ ਹੁੰਦਾ ਕਿ ਜਿਹੜੇ ਸਾਡੇ ਟਾਈਮ ਦੇ ਆਏ ਆ 70 ਦੇ, ਅਸੀਂ ਵੀ ਮੈਂ ਤੇ ਮੇਰੀ ਵਾਈਫ ਹੋਰ ਘਰ 'ਚ ਰਹਿੰਦੇ ਆ, ਮੇਰੇ ਬੱਚੇ ਹੋਰ ਘਰ 'ਚ ਰਹਿੰਦੇ ਆ, ਸਾਨੂੰ ਉਹ ਐਕਸਪੈਕਟੇਸ਼ਨ ਵੀ ਹੋਣੀ ਚਾਹੀਦੀ ਆ। ਹਾਂਜੀ, ਹੋਰ ਕਾਲ ਲੈ ਲਓ ਫਿਰ ਇੱਕ ਵਾਰੀ ਆਨਸਰ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੀ ਹੈ ਕੌਣ ਸਾਹਿਬ ਬੋਲ ਰਿਹਾ ਜੀ? ਮੇਰਾ ਨਾਮ ਜੀ ਸ਼ਮਸ਼ੇਰ ਸਿੰਘ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸ਼ਮਸ਼ੇਰ ਸਿੰਘ ਜੀ, ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜਾ ਕਰ ਬਹੁਤ ਹੀ ਅੱਛਾ ਹੈ ਤੇ ਆਇੰਦਾ ਵੀ ਹੋਣਾ ਚਾਹੀਦਾ ਹੈ ਰਿਪੀਟ ਇਸ ਤਰ੍ਹਾਂ। ਥੈਂਕ ਯੂ ਜੀ, ਸੋ ਨਾਈਸ ਆਫ ਯੂ, ਥੈਂਕ ਯੂ। ਕੀ ਤੁਸੀਂ ਇਹ 'ਚ ਕੀ ਕੰਟਰੀਬਿਊਟ ਕਰਨਾ ਚਾਹੋਗੇ? ਇਸ ਬਾਰੇ 'ਚ ਮੈਂ ਕਹਿਣਾ ਕਿ ਜੋ ਆਪਣਾ ਨਾਟ ਸਾਹਿਬ ਤੇ ਲੀਡਰ ਸਾਹਿਬ ਜਿਹੜਾ ਆਪਣੇ ਵਿਚਾਰਧਾਰਾ ਦੇ ਰਹੇ ਨੇ, ਹਾਂਜੀ, ਇਹ ਬਹੁਤ ਹੀ ਇਨਫੋਰਮੇਸ਼ਨ ਹੈ ਜੀ। ਥੈਂਕ ਯੂ ਜੀ, ਸੋ ਨਾਈਸ ਆਫ ਯੂ। ਇਹਦੀ ਸੀਨੀਅਰ ਨੂੰ ਬਹੁਤ ਹੀ ਲੋੜ ਹੈ ਤੇ ਆਇੰਦਾ ਵੀ ਕਰਦੇ ਰਹਿਣਾ ਪ੍ਰੋਗਰਾਮ, ਮੈਂ ਕਹਿਣਾ। ਥੈਂਕ ਯੂ ਜੀ, ਥੈਂਕਸ ਫॉर ਕਾਲਿੰਗ ਯੂ, ਸੋ ਨਾਈਸ ਆਫ ਯੂ। ਥੈਂਕ ਯੂ ਸ਼ਮਸ਼ੇਰ ਜੀ, ਥੈਂਕ ਯੂ ਵੈਰੀ ਮਚ। ਹਾਂਜੀ, ਸ਼ਮਸ਼ੇਰ ਸਿੰਘ ਜੀ ਕਾਲ ਖੋਲ ਲਿਆ ਜੀ, ਕਾਲ ਲੈ ਲਓ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਿਹਾ ਹੈ? ਸਤਿ ਸ਼੍ਰੀ ਅਕਾਲ ਜੀ, ਗਗਨ ਬੋਲਦਾ ਜੀ। ਹਾਂਜੀ ਗਗਨ ਜੀ, ਕੀ ਕਹਿਣਾ ਚਾਹੋਗੇ? ਇਹੀ ਕਹਿਣਾ ਚਾਹੁੰਦਾ ਜੀ, ਪਹਿਲੀ ਗੱਲ ਜਿਨ੍ਹਾਂ ਦੇ ਘਰੇ ਬਜ਼ੁਰਗ ਹੁੰਦੇ ਆ ਉਹਨਾਂ ਦੇ ਘਰੇ ਰੱਬ ਸਾਖਸ਼ਾਤ ਰੱਬ ਹੁੰਦੇ ਨੇ। ਠੀਕ ਹੈ ਜੀ। ਦੂਜੀ ਗੱਲ, ਜਿਨ੍ਹਾਂ ਦੇ ਘਰੇ ਦਾਦਾ ਦਾਦੀ ਹੈਗੇ ਨੇ ਉਹਨਾਂ ਦੇ ਘਰੇ ਟੀਵੀ ਲਾਉਣ ਦੀ ਲੋੜ ਹੀ ਨਹੀਂ। ਮਤਲਬ ਇੰਨੀਆਂ ਗੱਲਾਂ ਦਾਦਾ ਦਾਦੀ ਤੋਂ ਸਿੱਖਣ ਨੂੰ ਮਿਲਦੀਆਂ ਜੋ ਟੀਵੀ ਵਿੱਚ ਵੀ ਨਹੀਂ। ਹਾਂਜੀ, ਤੁਹਾਨੂੰ ਮਾਨਸਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਤੁਹਾਨੂੰ ਬਿਲਕੁਲ ਮਤਲਬ ਤਿਆਰ ਕਰ ਦਿੰਦੇ ਨੇ ਕਿ ਬਈ ਤੁਸੀਂ ਆਪਣੀ ਜ਼ਿੰਦਗੀ ਕਿੱਦਾਂ ਜਿਉਣੀ। ਜੀ ਹਾਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗਗਨ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਹੈ ਜੀ। ਹਾਂ, ਤੁਸੀਂ ਬਹੁਤ ਵਧੀਆ ਗੱਲ ਕਹੀ ਹੈ। ਹਾਂਜੀ, ਔਰ ਦੇਖੋ ਇਸੇ ਤਰ੍ਹਾਂ ਜੇ ਮੈਂ ਤੇ ਰਿਕੁਐਸਟ ਕਰੂੰਗਾ ਤੁਹਾਨੂੰ, ਹਾਂਜੀ, ਕਿ ਵੀਕ 'ਚ ਇੱਕ ਵਾਰੀ ਤੁਸੀਂ ਅੱਧਾ ਘੰਟਾ ਭਾਵੇਂ ਰੱਖਿਆ ਕਰੀਏ, ਸੀਨੀਅਰ ਪ੍ਰੋਗਰਾਮ ਰੱਖਿਆ ਕਰੀਏ ਤੇ ਸੀਨੀਅਰ ਸਾਨੂੰ ਕਾਲ ਕਰਿਆ ਕਰਨ। ਜੇ ਕਈ ਇਸ਼ੂ ਹੈਗੇ ਆ ਜਿਹੜੇ ਕਿ ਅਸੀਂ ਇੱਥੇ ਬੈਠੇ ਵੀ ਉਹਨਾਂ ਦੀ ਕੋਈ ਨਾ ਕੋਈ ਪ੍ਰੋਬਲਮ ਸੋਲਵ ਕਰ ਸਕਦੇ। ਅਸੀਂ ਤਾਂ ਅਵੇਲੇਬਲ ਹਾਂ ਜੀ, ਸਾਨੂੰ ਤਾਂ ਰਿਸਪੌਂਸ ਹੋਣਾ ਚਾਹੀਦਾ। ਅਸੀਂ ਅਵੇਲੇਬਲ ਹਾਂ ਜੀ, ਅਸੀਂ ਖੁਸ਼ੀ ਹੁੰਦੀ ਹੈ ਸਾਨੂੰ ਅਜਿਹੇ ਪ੍ਰੋਗਰਾਮ ਕਰਕੇ ਜੀ, ਜੇ ਅਸੀਂ ਇੰਟਰੈਕਸ਼ਨ ਹੁੰਦੀ ਹੈ, ਜਿਹੜੀਆਂ ਸਾਡੇ ਸਮਾਜ ਦੇ ਵਿੱਚ ਸਮੱਸਿਆਵਾਂ ਹੈਗੀਆਂ ਇਸ ਨੂੰ ਡਿਸਕਸ਼ਨ ਕਰੀਏ ਤਾਂ ਬਹੁਤ ਵਧੀਆ ਗੱਲ ਹੈ। ਹਾਂਜੀ, ਦੇਖੋ ਜਿਹੜਾ ਇਹ ਸਮਾਂ ਆਇਆ ਜੀ, ਮੈਂ ਕਈ ਵਾਰੀ ਇਹ ਸੋਚਦਾ ਹਾਂ ਹਾਂਜੀ ਕਿ ਸਾਡੇ ਬਾਬੇ ਨਾਨਕ ਨੇ ਕਿਹਾ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਹਾਂਜੀ, ਅਸੀਂ ਇਹ ਸੁਣਿਆ, ਅਸੀਂ ਗੁਰਦੁਆਰੇ ਵੀ ਗਏ ਜੀ, ਇਸ ਨੂੰ ਮੱਥੇ ਵੀ ਟੇਕੇ, ਗੌਲਿਆ ਨਹੀਂ ਕਦੇ, ਪਰ ਅਸੀਂ ਕਦੇ ਗੌਲਿਆ ਨਹੀਂ, ਇਹਨੂੰ ਆਪਣੀ ਲਾਈਫ ਦੇ ਵਿੱਚ ਅਡਾਪਟ ਨਹੀਂ ਕੀਤਾ। ਬਿਲਕੁਲ, ਹੁਣ ਅਸੀਂ ਇਹ ਰੀਅਲਾਈਜ਼ ਕੀਤਾ ਹਾਂਜੀ ਕਿ ਇਹ ਵੀ ਸਾਡੀ ਭੁੱਲ ਸੀ। ਸਹੀ ਗੱਲ ਹੈ ਜੀ। ਕਾਲ ਲੈ ਲਓ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਸਰ, ਮੈਂ ਮਨਪ੍ਰੀਤ ਕੌਰ ਬੋਲ ਰਹੀ ਹਾਂ USA ਤੋਂ, ਕੈਲੀਫੋਰਨੀਆ। ਥੈਂਕ ਯੂ ਮਨਪ੍ਰੀਤ ਜੀ, ਥੈਂਕਸ ਫॉर ਕਾਲਿੰਗ। ਕੀ ਕਹਿਣਾ ਚਾਹੋਗੇ? ਹਾਂਜੀ ਸਰ, ਤੁਸੀਂ ਬਹੁਤ ਵਧੀਆ ਟੌਪਿਕ ਲਿਆਏ। ਥੈਂਕ ਯੂ ਜੀ, ਬਹੁਤ ਚੰਗਾ ਲੱਗਦਾ ਹਾਂਜੀ ਕਿ ਤੁਸੀਂ ਇੰਨੀਆਂ ਸੋਹਣੀਆਂ ਗੱਲਾਂ ਕਰਦੇ ਹੋ। ਐਂਡ ਮੈਂ ਇਹ ਦੱਸਣਾ ਸੀ ਕਿ ਮੈਂ ਤੇ ਮੇਰੀ ਮਦਰ ਇਨ ਲਾਅ ਅਸੀਂ ਰਹਿੰਦੇ ਹਾਂ ਘਰੇ ਜੀ। ਤਾਂ ਅਸੀਂ ਦੋਨੋਂ ਜਾਣੇ ਮੂਵੀਜ਼ ਦੇਖਦੇ ਆ, ਨਿਊਜ਼ ਦੇਖਦੇ ਆ, ਸਾਰਾ ਦਿਨ ਆਪਣਾ ਐਂਟਰਟੇਨਮੈਂਟ ਕਰਦੇ ਆ। ਦੈਟਸ ਵੈਰੀ ਨਾਈਸ। ਹਾਂਜੀ, ਤਾਂ ਬਹੁਤ ਚੰਗਾ ਲੱਗਦਾ ਦੇਖ ਕੇ। ਜਿੱਦਾਂ ਤੁਸੀਂ ਟੌਪਿਕ ਲਿਆ ਵੀ ਬਹੁਤ ਚੰਗਾ ਲੱਗਿਆ, ਮੰਮਾ ਨੂੰ ਬਹੁਤ ਚੰਗਾ ਲੱਗਿਆ ਤੁਹਾਡਾ ਪ੍ਰੋਗਰਾਮ, ਬਹੁਤ ਖੁਸ਼ ਹੋ ਰਹੇ ਆ ਦੇਖ ਕੇ। ਥੈਂਕ ਯੂ ਜੀ, ਥੈਂਕ ਯੂ, ਥੈਂਕਸ ਫॉर ਜੁਆਇਨਿੰਗ ਅਸ, ਬੜੀ ਮਿਹਰਬਾਨੀ ਜੀ। ਅਸੀਂ ਜੀ ਕੰਟੀਨਿਊ ਰੱਖਾਂਗੇ, ਕਾਲ ਕਰਤੀ, ਸੌਰੀ ਜੀ। ਹਾਂ ਹਾਂਜੀ, ਕੰਟੀਨਿਊ ਰੱਖਾਂਗੇ ਪ੍ਰੋਗਰਾਮ, ਇਹ ਸੀਨੀਅਰ ਪ੍ਰੋਗਰਾਮ ਸਾਨੂੰ ਇਹਨਾਂ ਨੇ ਇਜਾਜ਼ਤ ਮਿਲ ਗਈ ਹੈ। ਜ਼ਰੂਰ ਕਰਾਂਗੇ ਜੀ, ਕੋਈ ਐਸੀ ਗੱਲ ਨਹੀਂ ਹੈ। ਸਾਨੂੰ ਤਾਂ ਖੁਸ਼ੀ ਹੁੰਦੀ ਹੈ ਜੀ ਅਸੀਂ ਕੋਈ ਵੀ ਕਿਸੇ ਹਿਸਾਬ ਦੇ ਵਿੱਚ ਕੁਝ ਕਰ ਸਕੀਏ। ਪ੍ਰੋਗਰਾਮ ਨੇ ਇਹ ਪਬਲਿਕ ਵਾਸਤੇ ਆ, ਬਿਲਕੁਲ ਜੀ, ਤੁਹਾਡੇ ਵਾਸਤੇ ਆ ਜੀ। ਅਸੀਂ ਜਿਹੜਾ ਇਹ ਉਪਰਾਲਾ ਕੀਤਾ, ਜੇ ਤੁਹਾਨੂੰ ਇਹ ਚੰਗਾ ਲੱਗਾ, ਜਿਸ ਤਰ੍ਹਾਂ ਕਾਲਾਂ ਆਈਆਂ, ਯੂ ਗਾਈਜ਼ ਐਪਰੀਸ਼ੀਏਟ ਦਿਸ, ਤੇ ਅਸੀਂ ਅੱਗੇ ਨੂੰ ਵੀ ਸਾਡਾ ਹੌਸਲਾ ਵੀ ਵਧਿਆ ਤੇ ਅਸੀਂ ਚੰਗੇ ਤੋਂ ਚੰਗਾ ਪ੍ਰੋਗਰਾਮ ਵੀ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰਿਆ ਕਰਾਂਗੇ।
ਲੇਦਰ ਸਾਹਿਬ, ਹੁਣ ਸੀਨੀਅਰਸ ਨੂੰ ਕਈ ਵਾਰੀ ਪ੍ਰੋਬਲਮ ਆਉਂਦੀ ਹੈ ਨਿਊਟ੍ਰੀਸ਼ਨ ਦੀ, ਜਿਹੜਾ ਫੂਡ ਵਗੈਰਾ ਹੈਗਾ, ਖਾਸ ਕਰਕੇ ਜਿਹੜੇ ਅਲੱਗ ਰਹਿ ਰਹੇ ਨੇ, ਜਿਹੜੇ ਤਾਂ ਬੱਚਿਆਂ ਨਾਲ ਰਹਿ ਰਹੇ ਨੇ ਜਿਨ੍ਹਾਂ ਦੀ ਸੇਵਾ ਹੋ ਰਹੀ ਹੈ, ਠੀਕ ਹੈ, ਕਈ ਹੁਣ ਅਲੱਗ ਰਹਿ ਰਹੇ ਨੇ ਤੇ ਸੋਰਸਿਸ ਵੀ ਇਨਕਮ ਦਾ ਹੈ ਨਹੀਂਗਾ ਕੋਈ, ਜਿਹੜੀ ਪੂੰਜੀ ਕੋਲੇ ਹੈਗੀ ਆ ਉਹ ਖਰਚ ਕਰ ਰਹੇ ਨੇ, ਤੇ ਕਈ ਵਾਰੀ ਬੰਦਾ ਇਹ ਸੋਚਦਾ ਵੀ ਮੈਂ ਕਿਸੇ ਪਾਸੇ ਕਿਰਸ ਕਰ ਜਾਂ, ਕਿਰਸ ਫੂਡ ਵਾਲੇ ਪਾਸੇ ਕਰ ਜਾਂਦਾ, ਜਿਹੜੀ ਕਿ ਉਹਨਾਂ ਦੀ ਫਿਰ ਸਿਹਤ ਠੀਕ ਨਹੀਂ ਹੁੰਦੀ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਬਹੁਤ ਵਧੀਆ ਇਸ ਤੁਸੀਂ ਕੁਐਸਚਨ ਕੀਤਾ ਹੈ। ਹਾਂਜੀ, ਦੇਖੋ ਇਹ ਗੱਲ ਹੈ, ਮੈਂ ਵੀ ਜਾਣਦਾ ਕੁਝ ਫੈਮਲੀਆਂ ਇਹੋ ਜਿਹੀਆਂ ਕਿ ਉਹਨਾਂ ਦੀ ਫਾਈਨੈਂਸ਼ੀਅਲ ਹਾਲਤ ਜਿਹੜੀ ਆ ਉਨੀ ਵਧੀਆ ਨਹੀਂ ਹੁੰਦੀ। ਹਾਂਜੀ, ਕਿ ਜਦੋਂ ਤੁਸੀਂ ਦੋ ਤਰ੍ਹਾਂ ਦੇ ਹੁਣ ਇਹ ਗੱਲਾਂ ਹੋਣੀਆਂ, ਇੱਕ ਤਾਂ ਹੁੰਦਾ ਕਿ ਉਹ ਫਿਜ਼ੀਕਲੀ ਇੰਨੇ ਸਟਰੋਂਗ ਨਹੀਂ ਕਿ ਉਹ 2-3 ਘੰਟੇ ਕਿਚਨ ਦੇ ਵਿੱਚ ਖੜੇ ਹੋ ਕੇ ਆਪਣਾ ਫੂਡ ਤਿਆਰ ਕਰ ਸਕਣ। ਬਿਲਕੁਲ। ਅੱਛਾ, ਦੂਸਰੀ ਗੱਲ ਇਹ ਹੁੰਦੀ ਹੈ ਕਿ ਅਫੋਰਡਨੈਸ। ਹਾਂਜੀ, ਬਈ ਕਈ ਪਰਿਵਾਰ ਇਹੋ ਜਿਹੇ ਨੇ ਕਿ ਉਹ ਫੂਡ ਅਫੋਰਡ ਨਹੀਂ ਕਰ ਸਕਦੇ। ਬਿਲਕੁਲ। ਔਰ ਦੇਖੋ ਇਸੇ ਕਰਕੇ ਇਸ ਵੇਲੇ ਮੈਂ ਤੇ ਇਹ ਕਹੂੰਗਾ ਕਿ ਸਾਡੀ ਸਰਕਾਰ, ਟਰੂਡੋ ਸਾਹਿਬ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੇ ਕਈ ਤਰ੍ਹਾਂ ਦੇ ਬੈਨੀਫਿਟ ਦਿੱਤੇ ਨੇ। ਜੀ ਹਾਂ, ਜਿਹੜੇ ਕੰਮ ਵਾਲੇ ਬੰਦੇ ਆ, ਸਟੂਡੈਂਟਾਂ ਨੂੰ ਵੀ, ਹਰ ਇੱਕ ਫੀਲਡ ਦੇ ਵਿੱਚ ਉਹਨਾਂ ਨੇ ਕੋਈ ਨਾ ਕੋਈ ਬੈਨੀਫਿਟ ਦਿੱਤਾ। ਜੀ ਹਾਂ। ਔਰ ਇਹ ਜਿਹੜਾ ਇਸ਼ੂ ਆ, ਮੈਂ ਇਹ ਇਸ਼ੂ ਵੀ ਉਠਾਉਣਾ ਚਾਹੁੰਦਾ ਹੈ ਕਿ ਜਿਹੜੇ ਸਾਡੇ ਸੀਨੀਅਰ ਸਿਰਫ 올ਡ ਏਜ ਪੈਨਸ਼ਨ ਤੇ ਬੈਠੇ ਨੇ। ਹਾਂਜੀ, 올ਡ ਏਜ ਪੈਨਸ਼ਨ ਜਿਵੇਂ ਉਹਨਾਂ ਨੂੰ ਮਿਲਦੀ ਆ, ਸਿਰਫ 올ਡ ਏਜ ਪੈਨਸ਼ਨ ਜਿਨ੍ਹਾਂ ਨੇ ਇੱਥੇ 30-40 ਸਾਲ ਕੰਮ ਕੀਤਾ ਹੈ। ਬਿਲਕੁਲ। ਔਰ ਸਪਲੀਮੈਂਟ ਮਿਲਦੀ ਆ ਉਹਨਾਂ ਨੂੰ ਜਿਨ੍ਹਾਂ ਨੇ ਇਸ ਕੰਟਰੀ ਦੇ ਵਿੱਚ ਕੰਮ ਨਹੀਂ ਕੀਤਾ। ਜੀ ਹਾਂ। ਇਹ ਇੱਕ ਬੜਾ ਵੱਡਾ ਕੁਐਸਚਨ ਹੈ। ਹਾਂਜੀ। ਔਰ ਮੈਂ ਜਦੋਂ ਦਾ ਮੈਨੂੰ 올ਡ ਏਜ ਪੈਨਸ਼ਨ ਲੱਗੀ ਹੈ, ਜੀ ਹਾਂ, ਉਦੋਂ ਤੋਂ ਮੈਂ ਦੇਖਦਾ ਕਿ ਸਾਡੀ 올ਡ ਏਜ ਪੈਨਸ਼ਨ ਕਦੇ ਨਹੀਂ ਵਧੀ। ਅੱਛਾ, ਕਦੇ ਵਧੀ ਹੋਈ ਨਹੀਂ? ਕਦੇ ਨਹੀਂ ਵਧੀ। ਸਿਰਫ ਕਾਸਟ ਆਫ ਲਿਵਿੰਗ ਕਦੇ ਡਾਲਰ ਵੱਧ ਗਿਆ, ਕਦੇ 75 ਸੈਂਟ ਵੱਧ ਗਿਆ। ਉਹ ਜਿਹੜੀ ਇਨਫਲੇਸ਼ਨ ਹੈਗੀ ਉਹਦੇ ਮੁਤਾਬਕ ਔਰ ਸਪਲੀਮੈਂਟ ਕਈ ਵਾਰੀ ਵੱਧ ਗਈ। ਅੱਛਾ ਜੀ। ਔਰ ਮੈਂ ਇੱਕ ਵਾਰੀ, ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਮੈਂ ਇੱਕ ਵਾਰੀ ਇੱਕ MP ਨੂੰ ਕੁਐਸਚਨ ਕੀਤਾ ਵੀ ਇਹ ਤੁਸੀਂ ਹਮੇਸ਼ਾ ਸਟੇਜਾਂ ਤੇ ਕਹਿੰਦੇ ਹੋ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਕਿ ਅਸੀਂ ਸੀਨੀਅਰ ਵਾਸਤੇ ਆਹ ਕਰਾਂਗੇ, ਪੈਨਸ਼ਨ ਵਧਾਵਾਂਗੇ। ਉਹ ਕਹਿੰਦਾ ਲਿਦਰ ਸਾਹਿਬ ਅਸੀਂ ਤਾਂ ਵਧਾਤੀ। ਮੈਂ ਕਿਹਾ ਵੀ ਮੇਰੀ ਤਾਂ, ਮੈਂ ਚੈੱਕ ਦੇਖਿਆ ਮੇਰੀ ਤਾਂ ਵਧੀ ਨਹੀਂ। ਹਾਂਜੀ। ਕਹਿੰਦਾ ਨਹੀਂ ਅਸੀਂ ਤਾਂ ਵਧਾਈ ਆ। ਜੀ ਹਾਂ। ਮੈਂ ਕਿਹਾ ਤੁਸੀਂ ਜਿਹੜੀ ਵਧਾਈ ਆ ਉਹ ਸਪਲੀਮੈਂਟ ਸੀ। ਹਾਂਜੀ। ਔਰ ਹੋ ਸਕਦਾ ਉਹਨੂੰ ਪਤਾ ਵੀ ਨਾ ਹੋਵੇ ਵੀ ਪੈਨਸ਼ਨ ਦਾ ਸਪਲੀਮੈਂਟ ਦਾ ਕੀ ਫਰਕ ਹੈ, ਕਿ ਉਹ ਇਹੀ ਸਮਝਦੇ ਨੇ ਕਿ ਸੀਨੀਅਰ ਨੂੰ ਜਿਹੜੇ ਬੈਨੀਫਿਟ ਨੇ ਉਹ ਮਿਲਦੇ ਨੇ। ਇਹ ਇੱਕ ਵੱਡਾ ਕੁਐਸਚਨ ਹੈਗਾ। ਇਹ ਦੇਖੋ ਹੌਲੀ ਹੌਲੀ ਮੇਰਾ ਖਿਆਲ ਆ ਅਸੀਂ ਇਹ ਉਠਾਵਾਂਗੇ ਕੁਐਸਚਨ ਕਿ ਕਾਫੀ ਸੀਨੀਅਰਸ ਜਿਹੜੇ ਨੇ ਨਾ ਉਹ ਇਸ ਚੀਜ਼ ਨੂੰ ਮਹਿਸੂਸ ਕਰਦੇ ਹੈ ਕਿ ਅਸੀਂ ਇਸ ਕੰਟਰੀ ਦੇ ਵਿੱਚ ਆ ਕੇ 40-50 ਸਾਲ ਪਹਿਲਾਂ ਔਰ ਕੰਟਰੀਬਿਊਟ ਕੀਤਾ, ਅਸੀਂ ਹਾਰਡ ਵਰਕ ਕੀਤਾ ਤੇ ਸਾਨੂੰ 올ਡ ਏਜ ਪੈਨਸ਼ਨ ਜਿਹੜੀ ਵੀ ਲੱਗ ਗਈ, ਮੇਰਾ ਖਿਆਲ ਇਹ 600 ਦੇ ਗੇੜ 'ਚ ਹੋਣੀ ਹੈ ਜਿਹੜੀ ਇੱਕ ਕੰਮ ਦੀ ਪੈਨਸ਼ਨ ਹੈ। ਉਹ ਤੁਹਾਡੀ ਕੰਟਰੀਬਿਊਟ ਤੁਸੀਂ ਕੀਤਾ, ਜੋ ਕੁਝ CPP ਦੇ ਵਿੱਚ ਕੰਟਰੀਬਿਊਟ ਕੀਤਾ ਹੋਣਾ। ਹਾਂਜੀ, ਇੱਥੇ CPP ਕਹਿੰਦੇ ਆ ਤੇ ਅਸੀਂ ਜਿੱਦਾਂ ਮੈਂ ਕਿਊਬਿਕ ਦੇ ਵਿੱਚ ਕੰਮ ਕੀਤਾ QPP। ਹਾਂ, ਠੀਕ ਹੈ ਜੀ। ਹਾਂ, ਤੇ ਪਰ ਉਹ ਸੇਮ ਥਿੰਗ ਹੀ ਹੈ। ਹਾਂਜੀ। ਉਹ ਉਹਨਾਂ ਦੀ ਕੰਟਰੀਬਿਊਸ਼ਨ ਹੁੰਦੀ ਹੈ। ਕਈ ਕਹਿੰਦੇ ਆ ਕਿ ਤੁਹਾਨੂੰ ਉਹ ਮਿਲਦੇ ਆ, ਪਰ ਉਹ ਤੁਹਾਡੀ ਕੰਮ ਦੀ ਤੁਸੀਂ ਕੰਟਰੀਬਿਊਟ ਕੀਤਾ ਹੈ ਉਹ ਤੁਹਾਨੂੰ ਬੈਨੀਫਿਟ ਨਹੀਂਗਾ। ਬਿਲਕੁਲ। ਤੇ ਸਾਡੇ ਕਈ ਸੀਨੀਅਰ ਤਾਂ ਦੇਖੋ, ਮੈਂ ਕਿਸੇ ਦੇ ਖਿਲਾਫ ਨਹੀਂ, ਮੈਂ ਇਹ ਵੀ ਕਹਿਣਾ ਹੈ ਕਿ ਜਿਹੜੇ ਘੱਟ ਇਨਕਮ ਵਾਲੇ ਆ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਮੈਂ ਇਹਦੇ ਖਿਲਾਫ ਨਹੀਂਗਾ। ਬਿਲਕੁਲ। ਮੈਂ ਇਹ ਵੀ ਐਪਰੀਸ਼ੀਏਟ ਕਰਦਾ ਕਿ ਮਿਲਣੀ ਚਾਹੀਦਾ, ਬੈਨੀਫਿਟ ਉਹਨਾਂ ਨੂੰ ਵੀ ਮਿਲਣਾ ਚਾਹੀਦਾ। ਪਰ ਜਿਹੜੇ ਲੋਕ ਇੱਥੇ ਪਹਿਲਾਂ ਤੋਂ ਆ ਕੇ ਜਿਨ੍ਹਾਂ ਨੇ 40-40 50-50 ਸਾਲ ਕੰਮ ਕੀਤਾ, 30-30 ਸਾਲ ਕੰਟਰੀਬਿਊਟ ਕੀਤਾ, ਇਸ ਕੰਟਰੀ ਦੇ ਪ੍ਰੋਗਰੈਸ ਦੇ ਵਿੱਚ ਹਿੱਸਾ ਪਾਇਆ, ਉਹਨਾਂ ਨੂੰ ਵੀ ਜਿਹੜੀ 올ਡ ਏਜ ਪੈਨਸ਼ਨ ਆ ਉਹ ਵੀ ਉਸੇ ਟਾਈਮ ਵਧਣੀ ਚਾਹੀਦੀ ਹੈ ਜਿੰਨੀ ਕੁ ਪਰਸੈਂਟੇਜ ਉਹਨਾਂ ਦੀ ਵੱਧਦੀ ਹੈ। ਲਿਦਰ ਸਾਹਿਬ, ਅੱਜ ਕੱਲ੍ਹ ਆਮ ਇਹ ਨੋਟ ਕਰਦੇ ਆ, ਹਾਂਜੀ, ਜਿਹੜਾ ਵਿਆਜ ਆ ਜਿਹਨੂੰ ਕਹਿੰਦੇ ਜੀ, ਦੋਤੇ ਦੋਤੀਆਂ, ਪੋਤੇ ਪੋਤੀਆਂ, ਉਹਨਾਂ ਦਾ ਜ਼ਿਆਦਾ ਲਗਾ ਦਾਦੇ ਨਾਨੇ ਨਾਲ, ਨਾਨੀ ਨਾਲ, ਦਾਦੀ ਨਾਲ, ਤੇ ਇਹ ਕਾਰਨ ਕੀ ਹੈ? ਜਿਹੜਾ ਵਿਚਾਲੇ ਹੈਗਾ ਉਹਨੂੰ ਬਾਈਪਾਸ ਕਰਕੇ ਜ਼ਿਆਦਾ ਹੈ, ਇਹ ਕੀ ਐਸਾ ਕਾਰਨ ਕੀ ਹੈ ਇਹਦਾ? ਦੇਖੋ ਇਹ ਬਹੁਤ ਵਧੀਆ ਇਸ਼ੂ ਤੁਸੀਂ ਉਠਾਇਆ। ਹਾਂਜੀ। ਇਸ ਬਾਰੇ ਮੈਂ ਵੀ ਕਈ ਵਾਰੀ ਸੋਚਿਆ ਜੀ ਕਿ ਜਿੰਨੇ ਅਸੀਂ ਸੀਨੀਅਰ ਹੈ, ਅਸੀਂ ਕਈ ਵਾਰੀ ਸੀਨੀਅਰ ਕੋਈ ਨਾ ਬਰਥਡੇ ਮਨਾਉਂਦਾ ਹੈ। ਹਾਂਜੀ। ਤੇ ਮੈਂ ਦੇਖਿਆ ਵੀ ਉਹਦੇ ਪੁੱਤ ਪੋਤੇ ਘੱਟ ਆਉਂਦੇ ਆ
ਤੇ ਜਿਹੜੇ ਸੌਰੀ ਬੇਟਾ ਬੇਟੀ ਘੱਟ ਆਉਂਦੇ ਆ, ਤਾਂ ਪੋਤੇ ਪੋਤੀਆਂ ਉਹ ਜ਼ਰੂਰ ਆਉਂਦੇ ਆ, ਉਹ ਜ਼ਿਆਦਾ ਇੰਜੋਏ ਕਰਦੇ ਆ ਔਰ ਉਹਨਾਂ ਦਾ ਲਗਾਓ ਜਿਹੜਾ ਹੈਗਾ ਉਹ ਜ਼ਿਆਦਾ ਹੁੰਦਾ। ਉਹ ਦੋ ਕਾਰਨ ਨੇ। ਹਾਂਜੀ, ਇੱਕ ਤਾਂ ਇਹ ਆ ਕਿ ਕਹਿੰਦੇ ਨਾ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ। ਹਾਂਜੀ, ਤੇ ਤੁਸੀਂ ਦੇਖੋ ਜਿਹੜਾ ਪਹਿਲਾਂ ਵੀ ਆਪਾਂ ਇਸ ਬਾਰੇ ਗੱਲ ਕਰ ਰਹੇ ਸੀ ਤਾਂ ਵਿੱਚ ਆ ਗਿਆ ਸੀ ਟੈਲੀਫੋਨ। ਹਾਂਜੀ, ਬਈ ਸਾਡਾ ਲਗਾਓ ਜਿਹੜਾ ਹੈ ਇਹ ਨੈਕਸਟ ਪੀੜ੍ਹੀ ਨਾਲ ਜ਼ਿਆਦਾ ਹੈ। ਜਿਹੜੇ ਆਪਣੇ ਤੁਹਾਡੇ ਬੇਟੇ ਬੇਟੀਆਂ ਨੇ ਉਹਨਾਂ ਦੇ ਨਾਲ ਉਹਨਾਂ ਨਹੀਂ ਲਗਾਓ ਹੈਗਾ। ਇੱਕ ਹੋਰ ਵੀ ਕੁਐਸਚਨ ਉੱਠਿਆ ਸੀ, ਜਿਹੜੇ ਕਿ ਸੀਨੀਅਰ ਆਉਂਦੇ ਨੇ ਉਹ ਫਿਰ ਕਈ ਵਾਰੀ ਕੰਪਲੇਂਟ ਕਰਦੇ ਆ ਆਪਣੇ ਵੀ ਸਾਨੂੰ ਇਦਾਂ ਟਰੀਟ ਕੀਤਾ ਜਾਂਦਾ ਹੈ। ਤੇ ਜਿਹੜੇ ਪੇਰੈਂਟਸ, ਇਹ ਵੀ ਬੜਾ ਵੱਡਾ ਇੱਕ ਸਵਾਲ ਹੈ, ਜਿਹੜੇ ਪੇਰੈਂਟਸ ਬੇਟੀਆਂ ਕੋਲ ਰਹਿੰਦੇ ਆ ਹਾਂਜੀ ਉਹ ਜ਼ਿਆਦਾ ਸੈਟੀਸਫਾਈ ਨੇ। ਹਾਂਜੀ, ਉਹਨਾਂ ਦੇ ਇਸ਼ੂ ਘੱਟ ਨੇ। ਹਾਂਜੀ, ਕਿਉਂਕਿ ਸਾਡਾ ਕਲਚਰ ਜਿਹੜਾ ਅਸੀਂ ਜਵਾਈ ਨੂੰ ਬਹੁਤਾ ਕੁਝ ਕਹਿ ਕੇ ਨਹੀਂ ਖੁਸ਼। ਠੀਕ ਹੈ, ਉਹਦੀਆਂ ਗੱਲਾਂ ਸਾਨੂੰ ਐਕਸੈਪਟੇਬਲ ਲੱਗਦੀਆਂ। ਹਾਂਜੀ, ਤੇ ਜਿਹੜਾ ਤੁਹਾਡੇ ਆਪਣੇ ਬੇਟੇ ਹੁੰਦੇ ਆ ਹਾਂਜੀ ਉਹਨਾਂ ਤੇ ਤੁਸੀਂ ਰੋਹ ਪਾਉਣਾ ਚਾਹੁੰਦੇ ਆ। ਹਾਂਜੀ, ਉਹਨਾਂ ਨੂੰ ਤੁਸੀਂ ਚਾਹੁੰਦੇ ਕਿ ਸਾਡੇ ਮੁਤਾਬਕ ਚੱਲਣ। ਉਹ ਹੁਣ ਇਸ ਕੰਟਰੀ ਦੇ ਵਿੱਚ ਰਹਿ ਚੁੱਕੇ ਹੁੰਦੇ ਆ, ਉਹ ਇਸ ਕੰਟਰੀ ਨੂੰ ਅਡਾਪਟ ਕਰ ਚੁੱਕੇ ਹੁੰਦੇ ਆ। ਅਸੀਂ ਜਦੋਂ ਸੀਨੀਅਰ ਆਉਂਦੇ ਆ ਸਾਨੂੰ ਕੁਝ ਸਮਾਂ ਲੱਗ ਜਾਂਦਾ ਹੈ ਕਿ ਉਹ ਸਿਸਟਮ ਦੇ ਵਿੱਚ ਅਡਾਪਟ ਹੋਣ ਲਈ। ਤੁਸੀਂ ਫਿਰ ਨਵੇਂ ਸੀਨੀਅਰਸ ਨੂੰ ਕੀ ਸਲਾਹ ਦਿਓਗੇ? ਮੰਨ ਲਓ ਹੁਣ ਪਿਛਲੇ 2-3 ਮਹੀਨੇ 'ਚ ਕੋਈ ਆਏ ਨੇ, ਉਹ ਆਪਦੇ ਬੇਟਾ ਬੇਟੀ ਕੋਲੇ ਰਹਿ ਰਹੇ ਨੇ, ਤੁਸੀਂ ਕੀ ਉਹਨਾਂ ਵਾਸਤੇ ਕੀ ਕਹਿਣਾ ਚਾਹੋ, ਸੁਨੇਹਾ ਦੇਣਾ ਚਾਹੋਗੇ? ਦੇਖੋ ਮੈਂ ਤੇ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਜੀ ਕਿ ਤੁਸੀਂ ਇੱਥੇ ਆ ਕੇ ਇਸ ਕੰਟਰੀ ਬਾਰੇ ਸਿੱਖੋ, ਇਸ ਕੰਟਰੀ ਬਾਰੇ ਪੜ੍ਹੋ, ਇਸ ਕਲਚਰ ਨੂੰ ਅਡਾਪਟ ਕਰੋ ਹੌਲੀ ਹੌਲੀ। ਠੀਕ ਆ, ਅਸੀਂ ਹੁਣ 50 ਸਾਲ ਹੋ ਗਏ ਮੈਨੂੰ ਆਏ ਨੂੰ, 75-80% ਮੈਂ ਇਹਨੂੰ ਹੁਣ ਅਡਾਪਟ ਕਰ ਲਿਆ। ਹਜੇ ਵੀ 15-20% ਕੁਛ ਨਾ ਕੁਛ ਹੈਗਾ ਜਿਹੜਾ ਕਿ ਲਿੰਕ ਜੁੜਿਆ। ਮੈਂ ਹਰ ਸਾਲ ਇੰਡੀਆ ਜਾਣਾ, ਉਹ ਲਿੰਕ ਜੁੜਿਆ ਕਰਕੇ ਜਾਣਾ। ਸੋ ਪਰ ਮੈਂ ਚਾਹੂੰਗਾ ਕਿ ਤੁਸੀਂ ਇਸ ਸਿਸਟਮ ਨੂੰ ਸਮਝੋ। ਇਸ ਸਿਸਟਮ ਦੇ ਵਿੱਚ ਸਮਝਦੇ ਹੋਏ ਜੇ ਤੁਹਾਡਾ ਬੇਟਾ ਇਸ ਲੈਵਲ ਦੇ ਵਿੱਚ ਹੈਗਾ ਕਿ ਉਹ ਆਪਣਾ ਘਰ ਆਪ ਚਲਾ ਸਕਦਾ ਤੇ ਲੈਟ ਹਿਮ ਡੂ, ਫੋਲੋ ਹਿਮ। ਤੇ ਤੁਸੀਂ ਜਿਹੜੇ ਤੁਹਾਡੇ ਪੋਤਾ ਪੋਤੀ ਆ ਉਹਦੇ ਨਾਲ ਲਗਾਓ ਜ਼ਿਆਦਾ। ਤਾਂਹੀਓ ਹੋ ਜਾਂਦਾ ਕਿ ਤੁਹਾਡੀ ਕੋਈ ਐਕਸਪੈਕਟੇਸ਼ਨ ਉਹਨਾਂ ਤੋਂ ਹੈ ਨਹੀਂ ਜੀ। ਉਹਨਾਂ ਨੂੰ ਤੁਹਾਡੇ ਤਾਈਂ ਐਕਸਪੈਕਟੇਸ਼ਨ ਹੈਗੀ ਆ ਕਿ ਮੇਰਾ ਬਾਬਾ ਹੈ, ਕਿ ਮੇਰੀ ਦਾਦੀ ਆ ਜਾਂ ਗ੍ਰੈਂਡ ਮਦਰ ਆ। ਹਾਂਜੀ, ਤੇ ਤੁਹਾਨੂੰ ਐਕਸਪੈਕਟੇਸ਼ਨ ਉਹਨਾਂ ਤੋਂ ਹੈ ਨਹੀਂ, ਪਰ ਤੁਹਾਨੂੰ ਆਪਣੇ ਬੇਟਿਆਂ ਤੋਂ ਹੈਗੀ ਐਕਸਪੈਕਟੇਸ਼ਨ। ਠੀਕ ਹੈ, ਉਹ ਜਿਹੜੀ ਐਕਸਪੈਕਟੇਸ਼ਨ ਆ ਉਹਨੂੰ ਘਟਾਓ ਜੀ ਔਰ ਉਹਨਾਂ ਨੂੰ ਲੈਟ them live the way want to live। ਹਾਂਜੀ, ਠੀਕ ਹੈ, ਤੁਸੀਂ ਸੁਜੈਸ਼ਨ ਦਿਓ। ਓਕੇ, ਤੇ ਜੇ ਤੁਸੀਂ ਇਹ ਅਸੀਂ ਕਹੀਏ ਕਿ ਜਿਸ ਤਰ੍ਹਾਂ ਮੈਂ ਫਾਦਰ ਦੇ ਨਾਲ ਟਰੀਟ ਕਰਦਾ ਸੀ ਜਾਂ ਮੇਰਾ ਫਾਦਰ ਕੁਝ ਵੀ ਮੈਨੂੰ ਕਹਿੰਦਾ ਸੀ, ਮੈਂ ਅਸਲੀਅਤ ਪੇਸ਼ ਕਰਦਾ ਕਿ ਮੈਂ ਕਈ ਵਾਰੀ ਉਹ ਚਾਹੁੰਦਾ ਨਹੀਂ ਸੀ ਕਰਨਾ ਪਰ ਮੈਂ ਨਾ ਨਹੀਂ ਸੀ ਕਰ ਸਕਦਾ। ਠੀਕ ਹੈ, ਅਸੀਂ ਉਸ ਕਲਚਰ ਵੱਖਰਾ ਜੀ। ਹਾਂ, ਕਲਚਰ ਵੱਖਰਾ ਸੀ। ਹਾਂਜੀ, ਸੋ ਇੱਥੇ ਜਿਹੜਾ ਕਿ ਉਹ ਬੇਟੇ ਜਿਹੜੇ ਹੁੰਦੇ ਉਹ ਕਹਿੰਦੇ ਡੈਡ ਵਾਈ ਦੈਟ, ਵਾਈ ਦਿਸ, ਕੁਐਸਚਨ ਕਰਦੇ, ਉਹ ਕੁਐਸਚਨ ਕਰਦੇ ਆ। ਹਾਂਜੀ, ਔਰ ਮੇਬੀ ਦੇ ਆਰ ਰਾਈਟ। ਹਾਂਜੀ, ਦੇ ਆਰ ਰਾਈਟ ਬਿਕੋਜ਼ ਉਹ ਜਾਣਨਾ ਚਾਹੁੰਦੇ ਆ ਕਿ ਇਹਦੇ ਵਿੱਚ ਫਿਰ ਜੇ ਸਾਡਾ ਜਿਹੜਾ ਇਸ਼ੂ ਆ ਸਾਡਾ ਵੈਲਿਡ ਆ ਇਸ਼ੂ ਤੇ ਸਾਡੇ 'ਚ ਇੰਨੀ ਹਿੰਮਤ ਹੋਵੇ ਕਿ ਅਸੀਂ ਉਹਨੂੰ ਗਾਈਡ ਕਰ ਸਕੀਏ, ਉਹਨੂੰ ਦੱਸ ਸਕੀਏ ਵੀ ਇਹਦੇ 'ਚ ਆਹ ਫਾਇਦੇ ਆ, ਆਹ ਨੁਕਸਾਨ ਹੈ। ਲਿਦਰ ਸਾਹਿਬ, ਹੁਣ ਤੁਸੀਂ ਆਈ ਡੋਂਟ ਵਾਂਟ ਟੂ ਸੇ ਦਿਸ ਵਰਡ, ਤੁਸੀਂ ਸੀਨੀਅਰ ਹੋ ਜੀ, ਤੁਸੀਂ ਹੈਲਥੀ ਹੋ। ਮੈਂ ਫਿਰ ਸਵਾਲ ਕਰਦਾ, ਪਹਿਲਾਂ ਕਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਿਹਾ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਹਰਦਿਆਲ ਸਿੰਘ ਬੋਲ ਰਿਹਾ। ਹਾਂਜੀ ਹਰਦਿਆਲ ਸਿੰਘ ਜੀ, ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ। ਕੀ ਕਹਿਣਾ ਚਾਹੋਗੇ? ਮੈਂ ਆਪਣਾ ਮੇਰੇ ਦੋ ਤਿੰਨ ਉਹਨਾਂ ਜੋ ਸੁਣ ਰਿਹਾ ਸੀ ਉਹਨਾਂ ਇਸ਼ੂ ਨੇ, ਇੱਕ ਤੋਂ ਕਹਿ ਰਹੇ ਸਨ ਕਿ ਜਿਹੜੇ ਗ੍ਰੈਂਡ ਚਿਲਡਰਨ ਨੇ ਨਾ ਉਹ ਜ਼ਿਆਦਾ ਕਲੋਜ਼ਰ ਨੇ ਗ੍ਰੈਂਡ ਪੇਰੈਂਟਸ ਦੇ ਕੋਲ। ਹਾਂਜੀ ਹਾਂਜੀ, ਤੇ ਜਿਹੜੇ ਬੱਚੇ ਨੇ ਉਹ ਏਡੇ ਨਹੀਂ ਹੁੰਦੇ ਜੀ। ਉਹ ਇਸ ਕਰਕੇ ਕਿ ਇਹਨਾਂ ਦੀ ਮਸਰੂਫੀਅਤ ਬਹੁਤ ਹੈ। ਠੀਕ ਹੈ ਜੀ, ਕਿਉਂਕਿ ਉਹਨਾਂ ਨੇ ਕਮਾਈ ਕਰਨੀ ਆ, ਉਹਨਾਂ ਦੀ ਕੰਸੈਂਟਰੇਸ਼ਨ ਉਧਰ ਹੁੰਦੀ ਹੈ ਤੇ ਗ੍ਰੈਂਡ ਪੇਰੈਂਟਸ ਦੇ ਕੋਲ ਤਾਂ ਟਾਈਮ ਹੀ ਬੜਾ ਹੁੰਦਾ। ਦੇਖੋ ਮੈਂ ਤੇ ਇੱਥੇ ਮੈਨੂੰ ਤੇ 55 ਸਾਲ ਹੋ ਗਏ ਨੇ। ਅੱਛਾ ਜੀ, ਮੈਂ ਇੱਥੇ ਪ੍ਰੋਫੈਸਰ ਵੀ ਸੀਗਾ। ਹਾਂਜੀ, 32 ਸਾਲ ਮੈਂ ਪੜ੍ਹਾਇਆ ਇੱਥੇ ਜੀ। ਤੇ ਮੈਂ ਤਾਂ ਸੀਨੀਅਰਸ ਵੀ ਦਾ ਹੋਮ ਹੀ ਓਨ ਕਰਦਾ ਸਾਂ, ਸੋ ਮੈਂ ਤੇ ਕਈ ਐਗਜ਼ਾਮਪਲਾਂ ਨਾਲ ਦੇ ਸਕਦਾ। ਮੈਂ ਆਪਣਾ ਸੁਣਦਾ ਸਾਂ ਨਾ ਕਿ ਆਹ ਇਸ਼ੂ ਤੇ ਬੜਾ
ਇੰਪੋਰਟੈਂਟ ਆ ਕਿ ਕਿਉਂਕਿ ਬੱਚੇ ਕਿਉਂ ਨਹੀਂ ਦੇ ਸਕਦੇ ਇਹਨਾਂ ਨੂੰ ਜਿਹੜਾ ਹੈਗਾ ਇਹ ਸਮਾਂ ਟਾਈਮ। ਹਾਂਜੀ, ਕਿਉਂਕਿ ਉਹ ਕਮਾਈ 'ਚ ਬਿਜ਼ੀ ਨੇ, ਉਹਨਾਂ ਦੀ ਕੰਸੈਂਟਰੇਸ਼ਨ ਹੋਰ ਚੀਜ਼ ਤੇ ਆ। ਗ੍ਰੈਂਡ ਪੇਰੈਂਟਸ ਕੋਲ ਤਾਂ ਟਾਈਮ ਬਹੁਤ ਆ ਆਪਣਾ। ਸੋ ਇਹ ਇਸ਼ੂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ। ਥੈਂਕ ਯੂ ਜੀ। ਹੁਣ ਟੀਵੀ ਤੇ ਟਾਈਮ ਖਤਮ ਹੋ ਗਿਆ? ਨਹੀਂ, ਤੁਸੀਂ ਕੁਝ ਕਹਿਣਾ ਚਾਹੋਗੇ? ਹਾਂ, ਤੁਹਾਡਾ ਸਮਾਂ ਬਹੁਤ ਹੈ। ਕੰਟੀਨਿਊ ਸੁਖੀ ਸਾਹਿਬ। ਹਾਂਜੀ, ਦੱਸੋ ਕੀ ਕਹਿਣਾ ਚਾਹੁੰਦੇ? ਹਾਂਜੀ, ਪਰ ਇਹੋ ਹੀ ਦੱਸਣਾ ਚਾਹੁੰਦਾ ਸਾਂ ਕਿ ਦੂਜਾ ਇਹ ਤੇ ਇੱਕ ਮੈਂ ਇਹਨਾਂ ਨੂੰ ਉਹ ਵੀ ਕਹਿਣਾ ਚਾਹੁੰਦਾ ਸਾਂ ਕਿ ਇਸ਼ੂ ਇਹ ਵੀ ਕਰਨਾ ਚਾਹੀਦਾ ਹੈ ਕਿਉਂਕਿ ਹੁਣ ਤੇ ਸੀਨੀਅਰਸ ਜਾਂ ਸਾਰੇ ਘਰ ਦੇ ਵਿੱਚ ਆਪਣਾ ਪਾਣੀ ਵੀ ਬੜਾ ਵਰਤਦੇ ਨੇ, ਇਸ ਕਰਕੇ ਮਿਊਨਿਸਪੈਲਿਟੀਜ਼ ਨੇ ਇਹ ਵੀ ਚਾਹੀਦਾ ਕਿ ਉਹ ਆਪਣਾ ਕੁਛ ਇਸ ਰਿਆਇਤ ਦੇਣ ਜਿਹੜਾ ਪਾਣੀ ਦਾ ਇਸ਼ੂ ਆ। ਹਾਂਜੀ, ਥੈਂਕ ਯੂ ਜੀ, ਥੈਂਕਸ ਫॉर ਕਾਲਿੰਗ। ਥੈਂਕ ਯੂ ਸੁਖੀ ਸਾਹਿਬ, ਬਹੁਤ ਬਹੁਤ ਵਧੀਆ ਤੁਸੀਂ ਪੁਆਇੰਟ ਕੀ ਲਓ ਜੀ, ਕਾਲ ਖੋਲ ਆ ਰਹੀ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੀ ਰਹੋ। ਕੌਣ ਸਾਹਿਬ ਬੋਲ ਰਿਹਾ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਿਤਪਾਲ ਸਿੰਘ ਬੋਲਦਾ ਜੀ। ਕੀ ਹਾਲ ਹੈ ਜੀ? ਠੀਕ ਹੈ ਜੀ। ਕੀ ਕਹਿਣਾ ਚਾਹੋਗੇ ਜੀ? ਮੈਂ ਸੀਨੀਅਰ ਸਿਟੀਜ਼ਨ ਹਾਂ ਤੇ ਅਸੀਂ ਬੱਚਿਆਂ ਨਾਲੋਂ ਵੱਖਰਾ ਰਹਿੰਦੇ ਹਾਂ। ਅੱਛਾ ਜੀ। ਮੇਰੀ ਓਲਡ ਏਜ ਪੈਨਸ਼ਨ ਨਹੀਂ ਲੱਗੀ ਕਿਉਂਕਿ 10 ਸਾਲ ਨਹੀਂ ਹੋਏ। ਹਾਂਜੀ। ਮੇਰਾ ਮਕਾਨ ਵੱਖਰਾ ਸੀ, ਬੇਸਮੈਂਟ ਕਿਰਾਏ ਤੇ ਦਿੱਤੀ ਸੀ, ਉਹਨਾਂ ਨੇ ਕਿਰਾਇਆ ਨਹੀਂ ਦਿੱਤਾ ਜੀ। ਹੁਣ ਇਸ ਸਟੇਜ ਦੇ ਵਿੱਚ ਜਦੋਂ ਮਕਾਨ ਵੱਖਰਾ ਤੇ ਮੌਰਗੇਜ ਵੀ ਦੇਣੀ ਹੈ ਤੇ ਘਰ ਦਾ ਖਰਚਾ ਵੀ ਚਲਾਉਣਾ ਹੈ, ਇਸ ਬਾਰੇ ਨਾ ਤਾਂ ਸਰਕਾਰ ਨੇ ਕੁਝ ਕੀਤਾ, ਨਾ ਗੁਰੂ ਸਾਹਿਬ ਨੇ ਕੁਝ ਅਨਾਉਂਸ ਕੀਤਾ, ਨਾ ਹੀ ਕੁਝ ਲੱਗਦਾ ਵੀ ਕਾਗਜ਼ਾਂ ਪੱਤਰਾਂ 'ਚ ਹੈਗਾ। ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪਾਂ ਸਰਕਾਰ ਨੂੰ ਕੰਸਲਟ ਕਰ ਸਕਦੇ ਹਾਂ? ਬੰਦ ਕਰਕੇ ਟੀਵੀ ਤੇ ਸੁਣਦੇ। ਓਕੇ, ਥੈਂਕ ਯੂ ਜੀ, ਥੈਂਕਸ ਫॉर ਕਾਲਿੰਗ। ਫਸਟ ਆਫ ਆਲ ਲਿਦਰ ਸਾਹਿਬ ਤੁਹਾਨੂੰ ਜਵਾਬ ਦਿੰਦੇ ਆ ਜੀ। ਦੇਖੋ, ਇਹਦੇ ਬਾਰੇ ਪ੍ਰਿਤਪਾਲ ਸਿੰਘ ਜੀ ਬੋਲਦੇ। ਹਾਂਜੀ, ਪ੍ਰਿਤਪਾਲ ਸਿੰਘ ਜੀ। ਦੇਖੋ, ਗੱਲ ਇਸ ਤਰ੍ਹਾਂ ਹੈ ਕਿ ਮੈਨੂੰ ਅੱਗੇ ਵੀ ਕਈਆਂ ਦੇ ਕੁਐਸਚਨ ਆਏ ਆ ਵੀ ਤੁਸੀਂ ਮੇਅਰ ਦੇ ਬਹੁਤ ਕਲੋਜ਼ ਹੋ। ਹਾਂਜੀ। ਤੇ ਕਈਆਂ ਥਾਵਾਂ ਤੇ ਮੇਰਾ ਖਿਆਲ 1-2 ਥਾਵਾਂ ਤੇ ਟੈਕਸ ਮਾਫ ਵੀ ਕੀਤਾ ਹੈ, ਪ੍ਰਾਪਰਟੀ ਟੈਕਸ। ਓਕੇ। ਔਰ ਮੇਰਾ ਖਿਆਲ ਆ ਕਿ ਮੈਂ ਉਹਦੇ ਨਾਲ ਕੋਈ ਮੀਟਿੰਗ ਕਰੂੰਗਾ ਜੀ, ਔਰ ਉਹਨੂੰ ਇਹ ਸੁਜੈਸ਼ਨ ਵੀ ਦਊਂਗਾ, ਜਿੱਦਾਂ ਪਾਣੀ ਦੀ ਵੀ ਗੱਲ ਹੋਈ ਸੀ, ਕੋਈ ਵਾਟਰ ਟੈਕਸ ਹੀ ਮਾਫ ਕਰ ਦਿਓ ਜੇ ਹੋਰ ਨਹੀਂ ਕਰ ਸਕਦੇ ਤਾਂ। ਠੀਕ ਹੈ। ਸੋ ਤੁਸੀਂ ਇਸ਼ੂ ਤਾਂ ਇਹਨਾਂ ਦਾ ਬਹੁਤ ਸੀਰੀਅਸ ਹੈ ਕਿ ਕਈ ਵਾਰੀ ਇਦਾਂ ਦੀ ਸਿਚੁਏਸ਼ਨ ਹੋ ਜਾਂਦੀ ਹੈ ਕਿ ਤੁਸੀਂ ਬੱਚਿਆਂ ਦੇ ਨਾਲ ਨਹੀਂ ਰਹਿੰਦੇ। ਹਾਂਜੀ। ਔਰ ਤੁਸੀਂ ਉਹ ਵੀ ਇੰਡੀਪੈਂਡੈਂਸ ਰਹਿੰਦੇ ਨੇ, ਤੁਸੀਂ ਵੀ ਇੰਡੀਪੈਂਡੈਂਸ ਚਾਹੁੰਦੇ ਹੋ। ਬਿਲਕੁਲ ਜੀ, ਬਿਲਕੁਲ। ਪ੍ਰਾਈਵੇਸੀ ਉਹਨਾਂ ਦੀ ਵੀ ਹੋਣੀ ਚਾਹੀਦੀ, ਤੁਹਾਡੀ ਵੀ ਹੋਣੀ ਚਾਹੀਦੀ। ਤੁਸੀਂ ਆਪਣੀ ਮਰਜ਼ੀ ਨਾਲ ਉੱਠਣਾ ਹੁੰਦਾ, ਮਰਜ਼ੀ ਨਾਲ ਸੌਣਾ ਹੁੰਦਾ। ਸਹੀ ਗੱਲ ਹੈ ਜੀ। ਔਰ ਕਈ ਵਾਰੀ ਤਾਂ ਮੈਂ ਦੇਖਿਆ ਸੀਨੀਅਰ ਦੀ ਪ੍ਰੋਬਲਮ ਜ਼ਿਆਦਾ ਟੈਲੀਵਿਜ਼ਨ ਤੋਂ ਆਉਂਦੀ ਹੈ। ਠੀਕ ਹੈ। ਕਿ ਤੁਸੀਂ ਆਪਣੇ ਪ੍ਰੋਗਰਾਮ ਹੋਰ ਦੇਖਣੇ ਹੁੰਦੇ ਆ, ਬੱਚਿਆਂ ਨੇ ਕੁਝ ਹੋਰ ਦੇਖਣਾ ਹੁੰਦਾ। ਸਹੀ ਗੱਲ ਹੈ ਜੀ। ਔਰ ਕਈ ਵਾਰੀ ਤਾਂ ਮੈਂ ਦੇਖਿਆ ਕਿ ਜਿਹੜੇ ਬੱਚਿਆਂ ਨੇ ਹੋਰ ਦੇਖਣਾ ਹੁੰਦਾ, ਤੁਹਾਡੇ ਬੇਟੇ ਬੇਟੀ ਨੇ ਹੋਰ ਦੇਖਣਾ ਹੁੰਦਾ, ਜਾਂ ਨੌ ਕਹਿ ਲਓ, ਤੇ ਤੁਸੀਂ ਹੋਰ ਦੇਖਣਾ। ਫਿਰ 3 ਟੀਵੀਆਂ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ, ਫਿਰ ਆਵਾਜ਼ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿਉਂਕਿ ਘਰ ਵੀ ਛੋਟੇ ਹੁੰਦੇ ਆ, ਆਵਾਜ਼ ਦੀ ਪ੍ਰੋਬਲਮ ਬਹੁਤ ਹੈ। ਸੋ ਦੇਖੋ, ਇਹ ਵੈਸੇ ਇਸ਼ੂ ਟੈਕਸ ਦਾ ਤਾਂ ਜ਼ਰੂਰ ਮੈਂ ਪੁਆਇੰਟ ਆਊਟ ਕਰੂੰਗਾ। ਇਹ ਪਤਾ ਨਹੀਂ ਵੀ ਕਿਸ ਤਰ੍ਹਾਂ ਇਹਨੂੰ ਕਹਿ ਤਾਂ ਰਹੇ ਆ ਵੀ ਤੁਸੀਂ ਥੋੜਾ ਡਿਲੇ ਕਰਕੇ ਪੇ ਕਰ ਦਿਓ। ਹਾਂਜੀ। ਪਰ ਇਹ ਲਿਆਵਾਂਗੇ ਕੁਐਸਚਨ, ਉਹਦੇ ਚ ਆਈ ਹੋਈ ਹੈ ਜੀ, ਕਿਉਂਕਿ ਤੁਸੀਂ ਡਿਲੇ ਕਰ ਸਕਦੇ ਹੋ। ਲਓ ਜੀ, ਕਾਲ ਖੋਲ ਲੈ ਲਈਏ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਜੀ ਤੁਹਾਡਾ ਹੁੰਦਾ ਟੀਵੀ ਦਾ ਪ੍ਰੋਗਰਾਮ ਦੇਖਦਾ ਸੀ। ਥੈਂਕ ਯੂ ਜੀ। ਦੋਨੋਂ ਵੀਰਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਕਹਿਣਾ ਚਾਹੋਗੇ? ਕੀ ਕਹਿਣਾ ਚਾਹੋਗੇ? ਇੱਕ ਗੱਲ ਕਰਨਾ। ਹਾਂਜੀ, ਹੈਲੋ। ਹਾਂਜੀ ਹਾਂਜੀ, ਬੋਲੋ ਜੀ। ਹੈਲੋ। ਹਾਂਜੀ ਹਾਂਜੀ ਹਾਂਜੀ, ਮੈਂ ਇਹ ਗੱਲ ਕਰਨਾ ਚਾਹੁੰਦਾ ਸੀ ਜੀ, ਸੀਨੀਅਰ ਦੀ ਗੱਲ ਚੱਲਦੀ ਸੀਗੀ। ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜੇਕਰ ਕੋਈ ਮਜਬੂਰੀ ਮਾਰੇ ਤਾਂ ਸੀਨੀਅਰਾਂ ਨੂੰ ਉੱਥੇ ਛੱਡਣਾ ਚਾਹੀਦਾ ਆ, ਤਾਂ ਜੇਕਰ ਕੋਈ ਘਰ 'ਚ ਸੰਭਾਲ ਸਕਦਾ ਹੋਵੇ ਤਾਂ ਪਹਿਲਾਂ ਤਾਂ ਗੌਰਮੈਂਟ ਦੇ ਸਿਰ ਤੇ ਇੰਨਾ ਬੋਝ ਪਿਆ। ਦੂਸਰਾ ਤਾਂ ਸੀਨੀਅਰ ਨੂੰ ਜੋ ਅਸੀਂ ਘਰ ਦੇ ਵਿੱਚ ਮਾਪੇ ਦੀ ਉਮਰ ਦਾਲ ਦੇ ਨਾਲ ਹੀ ਰੋਟੀ ਖਾ ਲਊਗਾ ਨਾ, ਉਹ ਕਿੰਨੀ ਵਧੀਆ ਹੈ। ਦੇਖੋ ਸੀਨੀਅਰ ਲੋਕਾਂ ਨੇ, ਤੁਸੀਂ ਦੇਖੋ ਇੰਡੀਆ ਦੇ ਵਿੱਚ ਇੰਨੀਆਂ ਮਿਹਨਤਾਂ ਕੀਤੀਆਂ, ਕਿਤੇ ਅੱਜ ਕੱਲ ਇਸ ਕੰਟਰੀ ਦੇ ਵਿੱਚ ਮਾਂ ਨੇ ਪਿਓ ਨੇ ਲੈਟਰੀਨ ਬਾਥਰੂਮ ਚੱਕ ਕੇ ਕਿਤੇ ਢੇਰ ਤੇ ਟਿਕਾਈਆਂ ਹੱਥਾਂ ਦੇ ਨਾਲ ਚੱਕਿਆ ਜਿਨ੍ਹਾਂ ਨੇ ਕੰਮ ਕੀਤਾ। ਮੈਨੂੰ ਇਸ ਗੱਲ ਦਾ ਰੋਣਾ ਆਉਂਦਾ ਭਈ ਮੈਂ ਪਹਿਲੀ ਵਾਰ ਫੋਨ ਕੀਤਾ, ਅੱਜ ਤੱਕ ਮੈਨੂੰ ਆ ਗਿਆ 20-22 ਸਾਲ ਹੈ, ਲੇਕਿਨ ਮੈਂ ਫੋਨ ਤੇ ਕਦੀ ਗੱਲ ਨਹੀਂ ਕੀਤੀ। ਮੈਨੂੰ ਗੱਲਾਂ ਸੁਣ ਕੇ ਇੰਨੀਆਂ ਆਉਂਦੀਆਂ। ਹਾਂ, ਦੇਖੋ, ਜੇ ਸੀਨੀਅਰ ਘਰ ਦੇ ਵਿੱਚ ਡੋਰ ਦੇ ਮੂਹਰੇ ਗਰਾਜ ਦੇ ਵਿੱਚ ਵੀ ਬੈਠਾ ਰਹੂਗਾ ਨਾ, ਇੱਕ ਕਿਸਮ ਦਾ ਚੌਕੀਦਾਰ ਹੀ ਕਰਦਾ ਉਹ। ਹਾਂਜੀ, ਤਾਂ ਜੇਕਰ ਕਹਿਣ ਦਾ ਮਤਲਬ ਹੋਇਆ, ਜੇਕਰ ਸੀਨੀਅਰਾਂ ਨੂੰ ਘਰ ਦੇ ਵਿੱਚ ਧੀਆਂ ਪੁੱਤ ਸੰਭਾਲ ਕੇ ਰੱਖਦੇ ਹੋ
ਸੀਨੀਅਰਾਂ ਨੂੰ ਲੋੜ ਕੀ ਉੱਥੇ ਛੱਡ ਕੇ ਆਉਣ ਦੀ? ਪਹਿਲਾਂ ਤੁਸੀਂ ਇਹ ਦੱਸੋ, ਜੋ ਘਰ ਦੇ ਵਿੱਚ ਮਾਮਾ ਦਾਲ ਨਾਲ ਰੋਟੀ ਖਾ ਲੂਗਾ ਨਾ ਸੀਨੀਅਰ 2 ਫੁਲਕੇ, ਉਹੀ ਉੱਥੇ ਦੇ ਮੀਟ ਵਰਗੇ ਆ। ਹਾਂਜੀ, ਫਿਰ ਆਪਣੇ ਦਾਦੇ ਪੋਤਿਆਂ ਨਾਲ, ਬੱਚਿਆਂ ਨਾਲ, ਗੁਆਂਢ ਗੁਆਂਢ ਨੂੰ ਦੇਖੂਗਾ ਤਾਂ ਸਵੇਰ ਸ਼ਾਮ ਧੀਆਂ ਪੁੱਤ ਨੂੰ ਦੇਖਣਗੇ, ਨਿਕਲਦੇ ਵੜਦੇ ਨੂੰ ਦੇਖਣਗੇ, ਕੋਈ ਕਾਰ ਦਾ ਧਿਆਨ ਰੱਖੂਗਾ, ਗੱਡੀ ਦਾ ਧਿਆਨ ਰੱਖੂਗਾ ਕੁਛ। ਮੇਰੇ ਕਹਿਣ ਦਾ ਸਿਰਫ ਮਤਲਬ ਇਹ ਆ, ਜੇ ਕੋਈ ਮਜਬੂਰੀ ਮਾਰੇ ਤਾਂ ਸੀਨੀਅਰ ਨੂੰ ਉੱਥੇ ਛੱਡ ਕੇ ਆਓ, ਨਹੀਂ ਤਾਂ ਉੱਥੇ ਛੱਡ ਕੇ ਆਉਣ ਦਾ ਮਤਲਬ ਵੀ ਕੀ ਆ? ਪਹਿਲਾਂ ਦੇਖੋ, ਜੇ ਪਰ ਸੀਨੀਅਰਾਂ ਨੇ ਇੰਨੀ ਮਿਹਨਤ ਕੀਤੀ ਇੰਡੀਆ ਦੇ ਵਿੱਚ, ਤੰਬਾ ਲਾ ਲਾ ਕੇ ਤਾਂ ਕਿਤੇ ਸਿਰ ਤੇ ਲਗੋਟੀ ਜਿਵੇਂ ਨਾ ਕੋਈ ਕਿਸੇ ਨੇ ਕੱਪੜਾ ਪਾਇਆ ਉਹਨੂੰ ਵਾਸਤਾ। ਤੇ ਅੱਜ ਕੱਲ ਦੇ ਜਿਹੜੇ ਇੱਥੇ ਬੱਚੇ ਇੰਨੀ ਮਿਹਨਤ ਕਰ ਹੀ ਨਹੀਂ ਸਕਦੇ ਜਿੰਨੀ ਉਹ ਮਾਵਾਂ ਨੇ ਤੇ ਸੀਨੀਅਰਾਂ ਨੇ ਉੱਥੇ ਮਿਹਨਤਾਂ ਕੀਤੀਆਂ। ਕਦੇ ਮੇਰੀ ਸਿਰਫ ਇਹ ਹੀ ਆ, ਮੈਂ ਗੱਲ ਕਰਦਾ ਜੇ ਸੀਨੀਅਰਾਂ ਨੂੰ ਕੋਈ ਘਰ ਚ ਸੰਭਾਲ ਸਕਦਾ ਹੋਵੇ ਨਾ, ਉੱਥੇ ਛੱਡਣ ਜਾਣ ਦੀ ਲੋੜ ਨਹੀਂ। ਹੁਣ ਤੁਸੀਂ ਆਹ ਦੇਖ ਲਓ ਵੀ ਪ੍ਰੋਬਲਮ ਇੰਨੀ ਪੈ ਗਈ ਆ, ਤਾਂ ਉੱਥੇ ਵੀ ਵਿਚਾਰੇ ਉਹ ਕੰਮ ਕਰਦੇ ਆ, ਡਰਦੇ ਮਾਰੇ ਉਹ ਵੀ ਆਪਣਾ ਸੰਭਾਲਦੇ ਆਪਣੇ ਨੂੰ, ਪਰ ਉਹ ਕਿਤੇ ਆਪ ਨੂੰ ਸੰਭਾਲ ਸਕਣਗੇ ਜੇ ਘਰ ਇੱਕ ਸੀਨੀਅਰ ਜੇ ਕੋਈ ਘਰ ਦੇ ਵਿੱਚ ਸੰਭਾਲਦਾ ਹੋਵੇ। ਆਪਣੇ ਇੰਡੀਅਨ ਲੋਕ ਇੰਨੇ ਆ, ਦੇਖੋ ਜੇ ਕਿਸੇ ਨੂੰ ਰੱਬ ਨੂੰ ਯਾਦ ਹੋਵੇ ਨਾ, ਉਹ ਪਰਮਾਤਮਾ ਦਾ, ਵਾਹਿਗੁਰੂ ਦਾ, ਉੱਥੇ ਛੱਡ ਕੇ ਹੀ ਨਾ ਆਵੇ ਤੇ ਮੈਨੂੰ ਉਹਨਾਂ ਨੇ ਪੈਦਾ ਕੀਤਾ। ਦੂਜੀ ਗੱਲ ਇਹ ਸੋਚ ਲੈਣ ਕਿ ਇਹ ਦੇਖੋ ਕਿੱਦਾਂ ਦੀ ਨਿਆਮਤ ਦੁਨੀਆ ਤੇ ਆ ਗਈ ਆ, ਬੋਲੀ ਦਾ ਪਤਾ ਨਹੀਂ ਵੀ ਕਿੱਦਾਂ ਹੋਣੀ ਹੈ। ਹਾਂਜੀ, ਉਸ ਨੂੰ ਜਿਹਨੂੰ ਨਹੀਂ ਵੀ ਰੱਬ ਯਾਦ ਆਉਂਦਾ ਉਹਨੂੰ ਵੀ ਰੱਬ ਯਾਦ ਆਉਂਦਾ ਹੋਣਾ। ਤਾਂ ਬਾਕੀ ਦੇਖੋ ਵੀ ਸੀਨੀਅਰਾਂ ਨੂੰ ਘਰ ਦੇ ਵਿੱਚ ਸੰਭਾਲ ਕੇ ਰੱਖਣ ਤਾਂ ਕਿੰਨੀ ਵੱਡੀ ਗੱਲ ਆ ਵੀ ਇਹ ਦੇਖ ਲਓ ਤੁਸੀਂ। ਥੈਂਕ ਯੂ ਜੀ, ਸੋ ਨਾਈਸ ਆਫ ਯੂ, ਥੈਂਕਸ ਫॉर ਕਾਲਿੰਗ ਜੀ। ਥੈਂਕ ਯੂ ਜੀ। ਕੀ ਕਹਿਣਾ ਚਾਹੋਗੇ? ਆਪਣਾ ਸਮਾਂ ਵੀ ਹੋਣ ਗਿਆ ਤੇ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਤੇ ਇਹੀ ਕਹਿਣਾ ਚਾਹਾਂਗਾ ਕਿ ਇਹ ਕਾਫੀ ਲੰਬਾ ਇਸ਼ੂ ਹੈ। ਹਾਂਜੀ, ਦੇਖੋ ਜਿਹੜਾ ਸੀਨੀਅਰ ਹੋਮ ਨੇ, ਹਾਂਜੀ, ਮੈਂ ਕਈ ਬੰਦਿਆਂ ਨੂੰ ਜਾਣਦਾ ਜਿਹੜੇ ਕਿ ਪ੍ਰੋਫੈਸ਼ਨਲ ਚੀਫ ਇੰਜੀਨੀਅਰ ਵਰਗੇ, ਹਾਂਜੀ, ਜਦੋਂ ਉਹ ਸਿਚੁਏਸ਼ਨ ਚ ਆਉਂਦੇ ਆ, ਜਦੋਂ ਤੁਸੀਂ ਹਸਬੈਂਡ ਵਾਈਫ ਇਕੱਠੇ ਰਹਿੰਦੇ ਹੋਣੇ, ਬੱਚੇ ਤੁਹਾਡੇ ਐਜੂਕੇਟਡ ਹੋ ਗਏ, ਉਹਨਾਂ ਨੂੰ ਹੋਰ ਕਿਸੇ ਟਾਊਨਾਂ ਦੇ ਵਿੱਚ ਜੌਬਾਂ ਮਿਲ ਗਈਆਂ, ਬਿਲਕੁਲ, ਔਰ ਤੁਸੀਂ ਦੋਨੋਂ ਜਾਣੇ ਇਕੱਠੇ ਰਹਿੰਦੇ ਆ, ਹਾਂਜੀ, ਔਰ ਇੱਕ ਪਾਰਟਨਰ ਤੁਹਾਡਾ ਚਲਾ ਜਾਂਦਾ। ਖਾਸ ਕਰਕੇ ਲੇਡੀਜ਼ ਜਦੋਂ ਜਾਂਦੀਆਂ, ਹਾਂਜੀ, ਸਾਡੇ ਬੰਦਿਆਂ ਨੂੰ, ਸੀਨੀਅਰਸ ਨੂੰ ਬੜੀ ਵੱਡੀ ਪ੍ਰੋਬਲਮ ਆ ਜਾਂਦੀ ਹੈ, ਕਿਉਂਕਿ ਉਹ ਕੁਛ ਕਰਦੇ ਨਹੀਂ, ਕਿਚਨ ਦੇ ਵਿੱਚ ਨਹੀਂ ਕਰਦੇ, ਔਰ ਫੂਡ ਨਹੀਂ ਬਣਾਉਣਾ ਜਾਣਦੇ ਹੁੰਦੇ। ਉਹ ਫਿਰ $5,000-6,000 ਅਫੋਰਡ ਵੀ ਕਰ ਸਕਦੇ ਹੁੰਦੇ ਆ, ਕਿਉਂਕਿ ਉਹਨਾਂ ਦੀ ਕਾਫੀ ਉਹਨਾਂ ਨੇ ਦੌਲਤ ਕਮਾਈ ਹੁੰਦੀ ਹੈ। ਪਰ ਫਿਰ ਵੀ ਜਦੋਂ ਉਹ ਆ ਕੇ ਮੇਰੇ ਨਾਲ ਗੱਲਾਂ ਕਰਦੇ ਆ, ਉਹ ਕਹਿੰਦੇ ਯਾਰ ਅਸੀਂ ਨਾ ਉੱਥੇ ਤੰਗ ਆ ਗਏ, ਕਿਉਂ? ਇੱਕ ਤਾਂ ਫੂਡ ਦਾ ਉਹ ਗੱਲ ਨਹੀਂ ਬਣਦੀ ਸਾਡੀ, ਸਹੀ ਗੱਲ ਹੈ। ਦੂਜੀ ਗੱਲ ਕਹਿੰਦਾ ਕਈ ਵਾਰੀ ਜੀ ਕਰਦਾ ਵੀ ਪੰਜਾਬੀ 'ਚ ਗੱਲ ਕਰੀਏ ਕਿਸੇ ਦੇ ਨਾਲ। ਦੇਖੋ ਇਹ ਉੱਥੇ ਕਿ ਇੰਨਾ ਸੌਖੀ ਲਾਈਫ ਨਹੀਂ ਗਈ, ਔਰ ਇਹ ਵੱਡਾ ਇੱਕ ਇਸ਼ੂ ਹੈਗਾ। ਫਿਰ ਆਪਾਂ ਕਰਾਂਗੇ, ਮੇਰਾ ਖਿਆਲ ਟਾਈਮ ਕਾਫੀ ਆਪਣਾ ਸਮਾਂ ਹੋ ਗਿਆ ਜੀ, ਤੇ ਤੁਸੀਂ ਇੱਕ ਵਾਰ ਫੇਰ ਬਹੁਤ ਧੰਨਵਾਦ। ਨਹੀਂ ਜੀ, ਤੁਸੀਂ ਨਹੀਂ ਲਿੱਦਰ ਸਾਹਿਬ, ਤੁਸੀਂ ਆਏ ਹੋ, ਸਾਨੂੰ ਸਮਾਂ ਦਿੱਤਾ ਜੀ, ਸੋ ਨਾਈਸ ਆਫ ਯੂ। ਤੁਸੀਂ ਜਿਹੜੇ ਇਸ਼ੂਜ਼ ਆਪਾਂ ਉਠਾਏ ਆ, ਜਿਵੇਂ ਆਪਾਂ ਨੂੰ ਕਾਲਰਸ ਨੇ ਫੋਨ ਕੀਤੇ ਨੇ, ਆਪਾਂ ਇਹਨੂੰ ਅੱਗੇ ਵੀ ਜਾਰੀ ਰੱਖਾਂਗੇ, ਇਹਨੂੰ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਜੀ। ਔਰ ਜਿਨ੍ਹਾਂ ਨੇ ਕਾਲ ਕੀਤਾ ਉਹਨਾਂ ਦਾ ਵੀ ਅਸੀਂ ਬੜੇ ਧੰਨਵਾਦੀ ਹਾਂ ਕਿ ਜਿੰਨੀਆਂ ਵੀ ਕਾਲਾਂ ਆਈਆਂ, ਬੜੀਆਂ ਐਜੂਕੇਟਿਡ ਕਾਲਾਂ ਆਈਆਂ, ਉਹਨਾਂ ਨੇ ਬੜੇ ਚੰਗੇ ਇਸ਼ੂ ਉਠਾਏ ਨੇ। ਸਹੀ ਗੱਲ ਹੈ ਜੀ। ਤੇ ਅਸੀਂ ਅਗਲੀ ਵਾਰ ਨੂੰ, ਅਗਲੇ ਵੀਕ ਫੇਰ ਹਾਜ਼ਰ ਹੋਵਾਂਗੇ। ਤੁਹਾਡੇ ਤੇ ਰਿਕੁਐਸਟ ਹੈ ਸਾਡੀ। ਨਹੀਂ, ਤੁਹਾਡੀ ਹੁਕਮ ਹੈ ਜੀ, ਅਸੀਂ ਤੁਹਾਡੇ ਸਾਰਿਆਂ ਨੂੰ ਫੇਰ ਇੱਕ ਵਾਰ ਸਤਿ ਸ੍ਰੀ ਅਕਾਲ ਜੀ।